ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਸ਼ਟ ਦਿਵਸ ਇਸ ਭਾਂਤ ਗੁਜ਼ਾਰੇ, ਸਪਤਮ ਪ੍ਰਾਤੀ ਚਿੰਨ ਨਿਹਾਰੇ। ਭਇਓ ਆਕਾਸ਼ ਅਰਣ ਬਹੁ ਬਰਣ, ਕੁਛਕ ਪਰੀ ਸਭ ਕੇ ਧੁਨ ਕਰਣ। ਖਸ਼ਟ ਦਿਵਸ ਇਸ ਭਾਂਤ ਗੁਜ਼ਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ, ਚਾਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਸੁੱਖਾਂ ਦੇ ਸਾਗਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸ ਅਸਥਾਨ ਦੇ ਉੱਤੇ ਆਪ ਸਮੂਹ ਸੰਗਤ ਬੜੇ ਪਿਆਰ ਦੇ ਨਾਲ ਸੱਜੇ ਹੋ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਰਾਗੀ ਸਿੰਘਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਰਾਗੀ ਸਿੰਘਾਂ ਨੇ ਆਪ ਜੀ ਨੂੰ ਸ਼ਬਦ ਸਰਵਣ ਕਰਵਾਇਆ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਿਉਂਕਿ ਅੱਜ ਦਾ ਪ੍ਰਸੰਗ ਬਹੁਤ ਵੈਰਾਗਮਈ ਹੈ। ਛੇਵੇਂ ਪਾਤਸ਼ਾਹ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤਿਆਗਣ ਵਾਲਾ ਜੋਤੀ ਜੋਤ ਵਾਲਾ ਅੱਜ ਪ੍ਰਸੰਗ ਹੈ। ਪਿਛਲੇ ਕਈ ਮਹੀਨਿਆਂ ਤੋਂ ਲਗਭਗ 1 ਸਾਲ ਤੋਂ ਵੱਧ ਸਮਾਂ ਹੋ ਗਿਆ ਆਪ ਜੀ ਛੇਵੇਂ ਪਾਤਸ਼ਾਹ ਸਤਿਗੁਰਾਂ ਦੀ ਕਥਾ ਸੁਣ ਰਹੇ ਹਾਂ। ਗੁਰਮੁਖੋ, ਜਦੋਂ ਗੁਰੂ ਸਾਹਿਬ ਦੀ ਕਥਾ ਸੁਣੀਦੀ ਹੈ, ਜਿਨ੍ਹਾਂ ਸਤਿਗੁਰਾਂ ਦੀ ਆਪਾਂ ਕਥਾ ਸੁਣ ਰਹੇ ਹੁੰਦੇ ਆ, ਖਾਸ ਕਰਕੇ ਗੁਰਪ੍ਰਤਾਪ ਸੂਝ ਗ੍ਰੰਥ ਦੀ ਕਥਾ ਵਿੱਚੋਂ ਜਦੋਂ ਅਸੀਂ ਕਥਾ ਸੁਣਦੇ ਹਾਂ, ਸਾਨੂੰ ਫਿਰ ਇਹ ਲੱਗਦਾ ਹੈ ਵੀ ਜਿਵੇਂ ਆਪਾਂ ਵੀ ਗੁਰੂ ਸਾਹਿਬ ਦੇ ਨਾਲ ਹੀ ਤੁਰੇ ਫਿਰਦੇ ਹਾਂ। ਮਹਾਰਾਜ ਜੀ ਦੀ ਹਾਜ਼ਰ ਨਾਜ਼ਰਤਾ ਨੂੰ ਦਰਸਾਉਂਦਾ ਹੈ ਇਹ ਗ੍ਰੰਥ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਪਵਿੱਤਰ ਧਰਤੀ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਆਪਣੇ ਪਰਿਵਾਰ ਸਾਰੇ ਨੂੰ ਇਕੱਠੇ ਕੀਤਾ, ਸੰਗਤਾਂ ਨੂੰ ਇਕੱਠੇ ਕੀਤਾ, ਗੁਰਸਿੱਖਾਂ ਨੂੰ ਮਸੰਦਾਂ ਨੂੰ ਇਕੱਠਿਆਂ ਕੀਤਾ, ਸਾਰਿਆਂ ਨੂੰ ਇਕੱਤਰ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਪੁੱਛਦੇ ਆ ਵੀ ਕੋਈ ਗੱਲ ਤੁਹਾਡੇ ਮਨ ਵਿੱਚ ਤਾਂ ਨਹੀਂ ਹੈਗੀ? ਜੇ ਹੈਗੀ ਹੈ ਤੇ ਦੱਸ ਦਿਓ, ਫਿਰ ਨਾ ਕਿਉਂ ਦੱਸਿਆ ਨਹੀਂ। ਕਿਉਂਕਿ ਮਹਾਰਾਜ ਕਹਿੰਦੇ ਸਾਡੇ ਸਰੀਰ ਤਿਆਗਣ ਦੀ ਤਿਆਰੀ ਹੈ। ਜਿਸ ਜਿਸ ਗੁਰਮੁਖ ਨੇ ਜਿਵੇਂ ਜਿਵੇਂ ਦੇ ਬਚਨ ਕੀਤੇ, ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਸੇ ਤਰ੍ਹਾਂ ਦੇ ਉੱਤਰ ਦਿੱਤੇ ਹਨ। ਸੰਗਤਾਂ ਨੇ ਕਿਹਾ ਮਹਾਰਾਜ ਸਾਨੂੰ ਵੀ ਉਪਦੇਸ਼ ਦਿਓ। ਮਹਾਰਾਜ ਨੇ ਮਾਰੂ ਰਾਗ ਦਾ ਸ਼ਬਦ ਜਿਹੜਾ ਹੈ ਉਹ ਸੁਣਾਇਆ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ, ਆਰਾਧਨਾ ਆਰਾਧਨ ਨੀਕਾ। ਮਹਾਰਾਜ ਨੇ ਇਹ ਸ਼ਬਦ ਜਿਹੜਾ ਹੈ ਉਹ ਸੰਗਤ ਨੂੰ ਸੁਣਾਇਆ। ਉਹ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ। ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਜੀਵਨ ਵਿੱਚ ਸਮੱਤ ਜਿੱਦਾਂ ਨਾਲ ਪ੍ਰਾਪਤ ਹੁੰਦੀ ਹੈ,
ਬੜੀ ਨਿੱਗਰ ਮਤ, ਠੋਸ ਮਤ ਸਤਿਗੁਰੂ ਜੀ ਨੇ ਸੁਣਾਈ ਹੈ। ਗੁਰਸਿੱਖ ਸੰਗਤਾਂ ਵਿਰਾਗ ਕਰ ਰਹੀਆਂ ਹਨ। ਮਹਾਰਾਜ ਇੱਕ ਕੋਠਾ ਜਿਹੜਾ ਸਤਿਗੁਰਾਂ ਨੇ ਆਪ ਬਣਵਾਇਆ, ਗੁਰਮੁਖੋ ਉਸ ਕੋਠੇ ਦੇ ਅੰਦਰ ਸੱਚੇ ਪਾਤਸ਼ਾਹ ਜੀ ਪ੍ਰਵੇਸ਼ ਹੋ ਗਏ, ਕਮਰੇ ਅੰਦਰ ਮਹਾਰਾਜ ਪ੍ਰਵੇਸ਼ ਹੋ ਗਏ, ਔਰ ਨਾਲ ਬਚਨ ਕੀਤਾ ਵੀ ਜਦੋਂ 7ਵਾਂ ਦਿਨ ਚੜ੍ਹੇਗਾ, 7ਵੇਂ ਦਿਨ ਸਾਡਾ ਪੋਤਰੇ ਗੁਰੂ ਹਰਿ ਰਾਏ ਜੀ ਮਹਾਰਾਜ ਆ ਕੇ ਇਹ ਦਰਵਾਜ਼ਾ ਖੋਲ੍ਹਣਗੇ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰ ਬੈਠ ਗਏ ਹੈ, ਬਾਹਰ ਸਿੱਖ ਪਹਿਰਾ ਦੇ ਰਹੇ ਹੈ। 6 ਦਿਨ ਹੋ ਗਏ ਹੈ, ਅੰਨ ਦਾ ਕੋਈ ਦਾਣਾ ਨਹੀਂ, ਜਲ ਦੀ ਬੂੰਦ ਨਾਲ ਵੀ ਸਤਿਗੁਰਾਂ ਨੇ ਆਪਣਾ ਮੁਖ ਜੂਠਾ ਨਹੀਂ ਕੀਤਾ, ਨਾ ਕੋਈ ਅੰਨ ਨਾ ਕੋਈ ਜਲ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਤਿਆਗਣ ਦੀ ਵਿਚਿੱਤਰ ਕਥਾ ਹੈ, ਗੁਰਮੁਖੋ ਅਲੌਕਿਕ ਕਥਾ ਹੈ। ਬਿਲਕੁਲ ਸੱਚੇ ਪਾਤਸ਼ਾਹ ਮਹਾਰਾਜ ਇਕਾਂਤ ਵਿੱਚ ਇਕੱਲਿਆਂ ਬੈਠੇ ਹੈ। 7ਵੇਂ ਦਿਨ ਦਾ ਅੰਮ੍ਰਿਤ ਵੇਲਾ ਹੋ ਗਿਆ। ਉਹ ਦਿਨ ਆ ਗਿਆ ਜਦੋਂ ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰੀਰ ਤਿਆਗਣਾ ਹੈ। ਆਓ ਹੁਣ ਉਸ ਦਿਨ ਜਿਵੇਂ ਜਿਵੇਂ ਕਥਾ ਆਉਂਦੀ ਹੈ, ਉਹ ਸਾਰੀ ਕਥਾ ਅੱਜ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸਾਡੇ ਤੇ ਮਿਹਰ ਕਰਨ, ਕਿਰਪਾ ਕਰਨ, ਸਾਡੀਆਂ ਸੁਰਤੀਆਂ ਬਿਰਤੀਆਂ ਕੀਰਤਪੁਰ ਸਾਹਿਬ ਪਹੁੰਚ ਜਾਣ। ਸਾਧ ਸੰਗਤ ਜੀ, ਅਸੀਂ ਵੀ ਮਹਾਰਾਜ ਸਤਿਗੁਰਾਂ ਦੇ ਅੰਤਮ ਦਰਸ਼ਨ ਕਰ ਸਕੀਏ। ਆਓ ਪਿਆਰ ਦੇ ਨਾਲ ਸਾਰੀ ਸੰਗਤ ਮਨੋ ਬਿਰਤੀਆਂ ਨੂੰ ਇਕਾਗਰ ਕਰੋ। ਜਿਹੜੇ ਮਗਰ ਮਗਰ ਨੇ ਉਹ ਅੱਗੇ ਅੱਗੇ ਆ ਕੇ ਬਹਿਣ। ਪਿਆਰ ਨਾਲ ਗੱਜ ਕੇ ਸਾਰੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਸ਼ਟ ਦਿਵਸ ਇਸ ਭਾਂਤ ਗੁਜ਼ਾਰੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਕੋਠਾ ਸਾਹਿਬ ਦੇ ਅੰਦਰ ਮਹਾਰਾਜ ਜੀ ਨੇ 6 ਦਿਨ ਜਿਹੜੇ ਆ ਉਹ ਬਤੀਤ ਕੀਤੇ। ਗੁਰਮੁਖੋ 6 ਦਿਨਾਂ ਵਿੱਚ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਅੰਦਰ ਕੋਈ ਜਲ ਨਹੀਂ ਹੈ, ਕੋਈ ਅੰਨ ਨਹੀਂ ਹੈ। ਬਿਨਾਂ ਅੰਨ ਦੇ, ਬਿਨਾਂ ਜਲ ਦੇ ਕੋਈ ਪ੍ਰਸ਼ਾਦਾ ਨਹੀਂ ਛਕਿਆ, ਪਾਣੀ ਨਹੀਂ ਪੀਤਾ। ਮਹਾਰਾਜ ਸਤਿਗੁਰੂ ਜੀ ਅੰਦਰ ਇੱਕ ਰਸ ਚੌਂਕੜੇ ਦੇ ਵਿੱਚ ਬੈਠੇ ਹਨ। ਸਰੀਰਕ ਉਮਰ ਜਿਹੜੀ ਮੇਰੇ ਸਤਿਗੁਰੂ ਜੀ ਦੀ ਸਰੀਰ ਦੀ ਆਰਬਲ ਹੈ, ਉਹ ਲਗਭਗ 48 ਕੁ ਸਾਲਾਂ ਦੀ ਹੈ। ਗੁਰਮੁਖੋ ਹਾਂਜੀ। ਸਪਤਮ ਪ੍ਰਾਤੀ ਚਿੰਨ ਨਿਹਾਰੇ। 7ਵੇਂ ਦਿਨ ਦਾ ਅੰਮ੍ਰਿਤ ਵੇਲਾ ਹੋ ਗਿਆ। ਭਇਓ ਆਕਾਸ਼ ਅਰਣ ਬਹੁ ਬਰਣ। ਗੁਰਮੁਖੋ ਜਦੋਂ ਅੰਮ੍ਰਿਤ ਵੇਲਾ ਹੋ ਗਿਆ ਤੇ ਲੌ ਲੱਗੀ ਤੇ ਸਰੀਰ ਵਾਹਿਗੁਰੂ ਅਸਮਾਨ ਜਿਹੜਾ ਸੀ ਨਾ ਉਹ ਲਾਲ ਰੰਗ ਦਾ ਹੋ ਗਿਆ ਜੀ। ਇੱਕਦਮ ਬਿਲਕੁਲ ਲਾਲ ਰੰਗ ਦਾ ਅਸਮਾਨ ਹੋ ਗਿਆ। ਕੁਚਕ ਪਰੀ ਸਭ ਕੇ ਧੁਨ ਕਰਨ। ਕੁਝ ਕੁ ਆਵਾਜ਼ ਵੀ ਗੁਰਮੁਖਾਂ ਦੇ, ਸਿੱਖਾਂ ਦੇ ਕੰਨਾਂ ਵਿੱਚ ਪਈ ਜੀ, ਮਾਨੋ ਬਿਬਾਨ ਆਇਆ ਹੋਵੇ, ਬਿਬਾਨ ਉੱਡ ਗਿਆ ਹੋਵੇ। ਇਹੋ ਜਿਹੀ ਆਵਾਜ਼ ਸਿੱਖਾਂ ਦੇ ਕੰਨਾਂ ਵਿੱਚ ਪਈ ਹੈ। ਅਸਲ ਵਿੱਚ ਜਦੋਂ ਉਹ ਲਾਲ ਰੰਗ ਦਾ ਅਸਮਾਨ ਹੋਇਆ ਨਾ ਅੰਮ੍ਰਿਤ ਵੇਲੇ, ਕੋਠੇ ਦੇ ਅੰਦਰ ਬੈਠੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ ਜੀ। 6ਵੇਂ ਪਾਤਸ਼ਾਹ ਮਹਾਰਾਜ ਨੇ ਚੌਂਕੜੇ ਵਿੱਚ ਆਪਣਾ ਸਰੀਰ ਤਿਆਗਿਆ ਜੀ। ਢੋਲ ਆਈ ਕੰਧ ਦੇ ਨਾਲ ਤੇ ਸਰੀਰ ਤਿਆਗ ਦਿੱਤਾ ਮੇਰੇ ਸਤਿਗੁਰਾਂ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਹਾਂਜੀ। ਘਟਕ ਚਤਰ ਜਾਮਨੀ ਰਹੇ। ਹਾਂਜੀ। ਗੁਰ ਪ੍ਰਸਥਾਨ ਸਰਬ ਹੀ ਲਹੇ। ਹਾਂ, ਅੰਮ੍ਰਿਤ ਵੇਲਾ ਹੋ ਗਿਆ। 4 ਘੜੀਆਂ ਦਿਨ ਚੜ੍ਹਨ ਨੂੰ ਰਹਿ ਗਈਆਂ ਤੇ ਕਮਾਈ ਵਾਲੇ ਗੁਰਸਿੱਖਾਂ ਨੂੰ ਪਤਾ ਲੱਗ ਗਿਆ ਵੀ ਭਾਣਾ ਵਰਤ ਗਿਆ। ਸੱਚੇ ਪਾਤਸ਼ਾਹ ਸਰੀਰ ਤਿਆਗ ਗਏ ਹਨ। ਕਮਾਈ ਵਾਲੀਆਂ ਰੂਹਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਆਮ ਬੰਦਿਆਂ ਨੂੰ ਨਹੀਂ ਪਤਾ ਲੱਗਦਾ।
ਕਮਾਈ ਵਾਲਿਆਂ ਨੂੰ ਗੁਰਮੁਖੋਂ ਪਤਾ ਲੱਗ ਜਾਂਦਾ ਜੀ। ਹਾਂਜੀ, ਕਲਮ ਲਾਏ ਇਤ ਉਤ ਬਹੁ ਫਿਰੈ। ਵਾਹਿਗੁਰੂ, ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹ ਤੇ ਬੌਰੇ ਹੋ ਕੇ ਤੁਰੇ ਫਿਰਦੇ ਇੱਧਰ ਉੱਧਰ ਗੁਰਮੁਖੋਂ। ਪਿਆਰ ਹੀ ਬੜਾ। ਉਹ ਕਹਿੰਦੇ ਹੁਣ ਆਪਾਂ ਕਿਹਨਾਂ ਦੇ ਦਰਸ਼ਨ ਕਰਿਆ ਕਰਾਂਗੇ, ਕਿਉਂਕਿ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ 6ਵੇਂ ਰੂਪ ਨਾਲ ਪਿਆਰ ਹੈ, ਉਹਨੂੰ 6ਵੇਂ ਰੂਪ ਨਾਲ ਹੀ ਪਿਆਰ ਹੈ ਗੁਰਮੁਖੋਂ। ਕਲਮ ਲਾਏ ਇਤ ਉਤ ਬਹੁ ਫਿਰੈ, ਬੜੇ ਗੁਰਸਿੱਖ ਬੌਰੇ ਹੋਏ ਇੱਧਰ ਉੱਧਰ ਤੁਰੇ ਫਿਰਦੇ ਹਨ। ਕੋਸ਼ਟ ਨਿਕਟ ਨਾ ਪਹੁੰਚਨ ਪਾਰੈ। ਪਰ ਮਹਾਰਾਜ ਦਾ ਹੁਕਮ ਸੀ ਨਾ ਵੀ ਕੋਠੇ ਦੇ ਇਸ ਕਮਰੇ ਦੇ ਲਾਗੇ ਨਹੀਂ ਆਉਣਾ ਕਿਸੇ ਨੇ। ਗੁਰਸਿੱਖ ਚਾਹੁੰਦੇ ਆ ਭੱਜ ਕੇ ਜਾਈਏ ਆਪਣੇ ਗੁਰੂ ਜੀ ਦੇ ਸਰੀਰ ਦੇ ਦਰਸ਼ਨ ਕਰ ਲਈਏ, ਪਰ ਮਰਿਆਦਾ ਵਿੱਚ ਬੱਝੇ ਆ, ਨੇੜੇ ਨਹੀਂ ਜਾਂਦੇ। ਜੋ ਦਾਸ ਨਦ ਬਦ ਬਹੁ ਗਾਡੇ। ਬਾਕੀ ਸ਼ਸਤਰ ਧਾਰੀ ਮਹਾਰਾਜ ਦੀਆਂ ਫੌਜਾਂ ਉਹ ਵੀ ਲਾਗੇ ਲਾਗੇ ਪਹਿਰਾ ਦੇ ਰਹੀਆਂ, ਕਿਸੇ ਨੂੰ ਲਾਗੇ ਨਹੀਂ ਸੀ ਆਉਣ ਦਿੱਤਾ ਜਾ ਰਿਹਾ। ਹਾਂਜੀ, ਵਰਜੈ ਸਭ ਕੋ ਚਾਹੋ ਦਿਸ਼ ਠਾਂਡੇ। ਸਿੱਖ ਤਾਂ ਚਾਹੁੰਦੇ ਆ ਚਾਰੇ ਪਾਸੇ ਖਲੋਤੇ। ਪਤਾ ਹੈ ਅੱਜ ਅੰਮ੍ਰਿਤ ਵੇਲੇ 7ਵੇਂ ਦਿਨ ਮਹਾਰਾਜ ਸਰੀਰ ਤਿਆਗ ਗਏ ਹਨ, ਪਰ ਸਿੱਖ ਵਰਜਦੇ ਆ, ਜੋਧੇ ਵਰਜਦੇ ਵੀ ਅਜੇ ਤੁਸੀਂ ਲਾਗੇ ਨਹੀਂ ਆਉਣਾ। ਸਵਾ ਜਾਮ ਦਿਨ ਚੜ੍ਹਬੇ ਤੁਮੈ। ਤੇ ਜਦੋਂ ਸਵਾ ਪਹਿਰ ਦਿਨ ਚੜਿਆ, ਹੁਕਮ ਗੁਰੂ ਕੋ ਤਬ ਢਿਗ ਨਿਮੈ। ਉਦੋਂ ਮਹਾਰਾਜ ਦਾ ਹੁਕਮ ਸੀ ਵੀ 7ਵੇਂ ਦਿਨ ਸਵਾ ਪਹਿਰ ਚੜਿਆ ਦਰਵਾਜ਼ਾ ਖੋਲਣਾ। ਹਾਂਜੀ, ਸ਼੍ਰੀ ਹਰਿ ਰਾਏ ਪ੍ਰਥਮ ਢਿਗ ਜਾਏ। ਉਹ ਸਾਰੇ ਕਹਿੰਦੇ ਵੀ ਹੁਣ ਤਾਂ ਸਾਰਿਆਂ ਤੋਂ ਪਹਿਲਾਂ ਹਰਿ ਰਾਏ ਸਾਹਿਬ ਜਾਣਗੇ, ਉਹ ਦਰਵਾਜ਼ਾ ਖੋਲਣਗੇ। ਹਾਂਜੀ, ਨਿਜ ਕਰ ਦਵਾਰ ਕਿਵਾਰ ਖੁਲਾਏ। ਮਹਾਰਾਜ ਨੂੰ ਬੇਨਤੀ ਕਰੀਏ ਉਹ ਆਪਣੇ ਹੱਥਾਂ ਦੇ ਨਾਲ ਦਰਵਾਜ਼ਾ ਖੋਲਣ, ਸਾਨੂੰ ਸਤਿਗੁਰਾਂ ਦੇ ਦਰਸ਼ਨ ਹੋਣ। ਤਿਨ ਪਾਛੈ ਦਰਸਹਿ ਸਭ ਕੋਏ। ਉਹਨਾਂ ਤੋਂ ਮਗਰੋਂ ਹੀ ਸਾਰੇ ਦਰਸ਼ਨ ਕਰਨਗੇ ਨਾ, ਪਹਿਲਾਂ ਗੁਰੂ ਹਰਿ ਰਾਏ ਸਾਹਿਬ ਦਰਸ਼ਨ ਕਰਨ। ਅਪਰ ਕਾਮਨਾ ਪੂਰਨ ਹੋਏ। ਬਾਕੀ ਫਿਰ ਸਾਰਿਆਂ ਦੀ ਕਾਮਨਾ ਪੂਰੀ ਹੋਏਗੀ, ਬਾਕੀ ਦਰਸ਼ਨ ਬਾਅਦ ਵਿੱਚ ਕਰਨਗੇ। ਇਮ ਸਭ ਮੈਂ ਬਿਦਤਾਏ ਬਿਰਤਾਂਤ। ਏਦਾਂ ਪਹਿਰੇਦਾਰਾਂ ਨੇ ਕਿਹਾ ਵੀ ਤੁਸੀਂ ਨਹੀਂ ਸੰਗਤ ਜੀ ਨੇੜੇ ਆ ਸਕਦੇ, ਪਹਿਲਾਂ ਗੁਰੂ ਹਰਿ ਰਾਏ ਸਾਹਿਬ ਆਉਣ, ਉਹ ਦਰਵਾਜ਼ਾ ਖੋਲਣ। ਮਿਲ ਕਰ ਬੈਠ ਕਰਹਿ ਬਖਿਆਤ। ਸਾਰੇ ਸਿੱਖ ਵੀ ਆਪਸ ਵਿੱਚ ਇਸ ਤਰ੍ਹਾਂ ਦੇ ਬਚਨ ਕਰਨ ਲੱਗੇ। ਸਵਾ ਪਹਿਰ ਦਿਨ ਚਬ ਚੜ ਜਾਇਓ। ਹਾਂਜੀ, ਸ਼੍ਰੀ ਹਰਿ ਰਾਏ ਹਿਰਦੈ ਲਖ ਪਾਇਓ। ਤੇ ਜਦੋਂ ਸਵਾ ਪਹਿਰ ਦਿਨ ਚੜ ਗਿਆ, ਦਿਨ ਚੜੇ ਨੂੰ 3-4 ਘੰਟੇ ਹੋ ਗਏ। 7ਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਵੀ ਪਤਾ ਲੱਗ ਗਿਆ ਵੀ ਸਾਡੇ ਦਾਦਾ ਸਤਿਗੁਰੂ ਸਰੀਰ ਤਿਆਗ ਗਏ ਹਨ। ਪਤਾ ਲੱਗ ਗਿਆ ਜੀ। ਹਾਂਜੀ, ਦੋਹਰਾ ਸਾਹਿਬ ਭਾਣਾ ਜੋਧ ਪੁਨ ਸੂਰਜ ਮਲ ਸੁਜਾਨ। ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਬਾਬਾ ਭਾਨਾ ਜੀ, ਕਾਂਗੜਪੁਰ ਦਾ ਰਾਜਾ ਰਾਏ ਜੋਧ, ਔਰ ਸਤਿਗੁਰਾਂ ਦੇ ਪੁੱਤਰ ਬਾਬਾ ਸੂਰਜ ਮੱਲ ਜੀ। ਭਾਈ ਰੂਪਾ ਆਦ ਸਿੱਖ ਆਨ ਮਸੰਦ ਮਹਾਨ। ਭਾਈ ਰੂਪਾ ਜੀ ਤੇ ਹੋਰ ਗੁਰੂ ਕੇ ਮਸੰਦ ਜਿਹੜੇ ਸਿੱਖ ਹਨ। ਚਾਓ ਭਾਈ ਥਿਰ ਸਮੀਪ ਸ਼੍ਰੀ ਤੇਗ ਬਹਾਦਰ। ਤੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਉਹਨਾਂ ਦੇ ਅੱਜ ਪਿਤਾ ਜੀ ਨੇ ਸਰੀਰ ਤਿਆਗਿਆ। ਹਾਂਜੀ, ਸ਼੍ਰੀ ਹਰਿ ਰਾਏ ਸਭਨ ਮਹਿ ਸਾਦਰ। ਉਹ ਸਾਰੇ ਬੈਠੇ ਆ, ਉਹਨਾਂ ਵਿੱਚੋਂ ਸਭ ਤੋਂ ਸਤਿਕਾਰਯੋਗ ਨੇ ਜਿਹੜੇ ਮੌਕੇ ਦੇ ਗੁਰੂ ਨੇ, ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਕਹਿਓ ਉਠੋ ਅਬ ਖੋਲੋ ਦੁਆਰਾ। ਸਾਰੇ ਸਿੱਖ ਰਲ ਕੇ ਬਾਬਾ ਸੂਰਜ ਮੱਲ ਜੀ, ਗੁਰੂ ਤੇਗ ਬਹਾਦਰ ਜੀ, ਰਾਏ ਜੋਧ, ਭਾਈ ਰੂਪਾ, ਬਾਬਾ ਭਾਨਾ ਜੀ, ਸਾਰੇ ਗੁਰੂ ਹਰਿ ਰਾਏ ਸਾਹਿਬ ਨੂੰ ਕਹਿਣ ਲੱਗੇ, ਸਤਿਗੁਰੂ ਮਹਾਰਾਜ ਹੁਣ ਉਠੋ, ਦਿਨ ਆ ਗਿਆ ਮਹਾਰਾਜ ਉਹ ਜਿਹੜਾ ਸਤਿਗੁਰਾਂ ਨੇ ਕਿਹਾ ਸੀ। ਉਠੋ ਮਹਾਰਾਜ, ਉੱਠ ਕੇ ਹੁਣ ਦਰਵਾਜ਼ਾ ਖੋਲੋ। ਹਾਂਜੀ, ਜਿਮ ਸ਼੍ਰੀ ਹਰਿ ਗੋਬਿੰਦ ਉਚਾਰਾ। ਜਿਵੇਂ ਵੱਡੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਉਹ ਬਚਨ ਪੂਰਾ ਕਰ ਦਿਓ ਮਹਾਰਾਜ। ਉਠੋ, ਉੱਠ ਕੇ ਦਰਵਾਜ਼ਾ ਖੋਲੋ। ਸਵਾ ਜਾਮ ਅਬ ਸਪਤਮ ਦਿਨ ਕੇ। ਇਹ ਸਤਿਗੁਰੂ
ਅੱਜ 7ਵਾਂ ਦਿਨ ਹੈ ਔਰ 7ਵੇਂ ਦਿਨ ਨੂੰ ਚੜ੍ਹੇ ਨੂੰ ਸਵਾ ਜਾਮ, ਸਵਾ ਪਹਿਰ ਦਾ ਸਮਾਂ ਹੋ ਗਿਆ। ਕਰੋ ਸੰਭਾਰਨ ਗੁਰੂ ਬਚਨ ਕੋ। ਮਹਾਰਾਜ ਸਤਿਗੁਰਾਂ ਦਾ ਬਚਨ ਚੇਤੇ ਕਰੋ। ਆਪ ਜੀ ਨੇ ਦਰਵਾਜ਼ਾ ਖੋਲਣਾ, ਆਪ ਜੀ ਨੇ ਦਰਸ਼ਨ ਕਰਾਉਣੇ ਆ ਸਾਨੂੰ ਸਾਰਿਆਂ ਨੂੰ। ਹਾਂਜੀ। ਚਤੁਰ ਘਟੀ ਕੇ ਅੰਮ੍ਰਿਤ ਵੇਲੇ। ਹਾਂਜੀ। ਲਖ ਲੀਨੇ ਸਭ ਚਿੰਨ ਸੁਹੇਲੇ। ਨਾਲ ਹੀ ਕਮਾਈ ਵਾਲੇ ਗੁਰਸਿੱਖ ਗੁਰੂ ਹਰ ਰਾਏ ਸਾਹਿਬ ਨੂੰ ਕਹਿੰਦੇ, ਮਹਾਰਾਜ ਜਦੋਂ ਅੰਮ੍ਰਿਤ ਵੇਲੇ ਹੋਏ ਨੂੰ 4 ਘੜੀਆਂ ਹੋ ਗਈਆਂ ਸੀ ਨਾ, ਕਲੇਜੇ ਨੂੰ ਧੂਜ ਹੀ ਪਈ ਐ। ਇਉਂ ਲੱਗਿਆ ਜਿਵੇਂ ਸਤਿਗੁਰੂ ਅੰਮ੍ਰਿਤ ਵੇਲੇ 4 ਘੜੀਆਂ ਸਰੀਰ ਤਿਆਗ ਗਏ ਹਨ। ਮਹਾਰਾਜ ਮਹਿਸੂਸ ਹੋਇਆ ਵਾ ਇਹ। ਹਾਂਜੀ। ਸੁਨ ਇਸ਼ਨਾਨ ਕਰ ਸ਼੍ਰੀ ਹਰਿ ਰਾਏ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੀ 17 ਸਾਲਾਂ ਦੀ ਉਮਰ ਗੁਰਮੁਖੋ। ਮਹਾਰਾਜ ਜੀ ਉੱਠੇ, ਉੱਠ ਕੇ ਇਸ਼ਨਾਨ ਕੀਤਾ। ਚੀਰ ਸ਼ਰੀਰ ਨਵੀਨੇ ਪਾਏ। ਬਸਤਰ ਪਾਏ, ਨਵੇਂ ਬਸਤਰ ਆਪਣੇ ਸਰੀਰ ਉੱਤੇ ਧਾਰਨ ਕੀਤੇ 7ਵੇਂ ਪਾਤਸ਼ਾਹ ਜੀ ਨੇ। ਜਪ ਜੀ ਪਾਠ, ਜਪ ਜੀ ਪਾਠ ਕਰ ਦਵਾਰ ਅਗਾਰੀ। ਤੇ ਗੁਰਮੁਖੋ ਉਸ ਦਰਵਾਜ਼ੇ ਦੇ ਅੱਗੇ ਬਹਿ ਗਏ ਜਿਹਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਦਾ ਸਰੀਰ ਪਿਆ ਜੀ। ਅੱਜ ਉਹ ਦਰਵਾਜ਼ਾ, ਉਹ ਕਮਰਾ ਨਹੀਂ ਹੈ, ਪਰ ਇਤਿਹਾਸ ਤਾਂ ਇਦਾਂ ਦਾ ਹੀ ਹੈ ਨਾ। ਉਸ ਦਰਵਾਜ਼ੇ ਦੇ ਅੱਗੇ ਬੈਠ ਗਏ ਤੇ ਗੁਰੂ ਹਰਿ ਰਾਏ ਸਾਹਿਬ ਜੀ ਆਪ ਬੋਲ ਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਜੀ। ਬਾਹਰ ਬੈਠ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਹੈ, ਜਪਜੀ ਸਾਹਿਬ ਦਾ ਪਾਠ ਕੀਤਾ। ਹਾਥ ਜੋਰ ਤਬ ਬੰਧਨ ਧਾਰੀ। ਤੇ ਪਾਠ ਦਾ ਭੋਗ ਪਾਇਆ ਨਾ, ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੱਥ ਜੋੜ ਕੇ ਸਤਿਗੁਰਾਂ ਨੇ ਮੱਥਾ ਟੇਕਿਆ। ਤੁਸੀਂ ਵੀ ਟੇਕੋ ਉਸ ਦਰਵਾਜ਼ੇ ਅੱਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ। ਅੰਤਰ ਤੇ ਸ਼ਾਂਕਰ ਖੁੱਲ ਗਈ। ਵਾਹਿਗੁਰੂ। ਅੰਦਰੋਂ ਮਹਾਰਾਜ ਨੇ ਕੁੰਡੀ ਲਾਈ ਹੈ ਜੀ, ਗੁਰੂ ਹਰਗੋਬਿੰਦ ਸਾਹਿਬ ਨੇ। ਮਹਾਰਾਜ ਸਰੀਰ ਤਿਆਗ ਚੁੱਕੇ ਨੇ ਗੁਰੂ ਹਰਗੋਬਿੰਦ ਸਾਹਿਬ। ਬਾਹਰ ਬੈਠੇ ਗੁਰੂ ਹਰਿ ਰਾਏ ਜੀ ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ, ਸਿਰ ਨਵਾਇਆ, ਅੰਦਰੋਂ ਕੁੰਡੀ ਆਪੇ ਹੀ ਖੁੱਲ ਗਈ ਜੀ। ਆਪੇ ਹੀ ਖੁੱਲ ਗਈ। ਆਵਾਜ਼ ਆਈ ਕੁੰਡੀ ਖੁੱਲਣ ਦੀ ਗੁਰਮੁਖੋ। ਪਹਿਲਾਂ ਤੁਹਾਨੂੰ ਪਤਾ ਨਾ ਕੁੰਡੀਆਂ ਕਿਹੋ ਜਿਹੀਆਂ ਹੁੰਦੀਆਂ ਸੀ ਪਹਿਲੇ ਦਰਵਾਜ਼ਿਆਂ ਨੂੰ। ਚਗਾਠ ਦੇ ਨਾਲ ਉੱਤੇ ਕੁੰਡਾ ਲੱਗਾ ਹੁੰਦਾ ਤੇ ਉਹਦੇ ਨਾਲ ਕੁੰਡੀ ਲੱਗੀ ਹੁੰਦੀ ਜੀ, ਸੰਗਲੀ ਜੀ। ਉਹ ਅੰਦਰੋਂ ਕੁੰਡੀ ਖੁੱਲ ਗਈ ਗੁਰਮੁਖੋ। ਉਹਦੀ ਆਵਾਜ਼ ਆਈ, ਵਹਿਰ ਇਨੋ ਤੇ ਧੁਨ ਸੁਨ ਲਈ। ਹਾਂ, ਅੰਦਰੋਂ ਕੁੰਡੀ ਖੁੱਲੀ ਹੈ। ਇਹ ਸਾਧ ਸੰਗਤ ਜੀ ਬਾਹਰ ਆਵਾਜ਼ ਸੁਣੀ ਸਾਰਿਆਂ ਨੇ ਵੀ ਅੰਦਰੋਂ ਕੁੰਡੀ ਆਪੇ ਹੀ ਖੁੱਲ ਗਈ ਹੈ। ਹਾਂਜੀ। ਖੋਲੇ ਦਵਾਰ ਕਿਵਾਰ ਹਟਾਏ। ਫਿਰ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੇ ਹੋ ਕੇ ਉਸ ਕਮਰੇ ਦਾ ਦਰਵਾਜ਼ਾ ਜਿਹੜਾ ਹੈ ਉਹ ਖੋਲ ਦਿੱਤਾ। ਲੱਗੇ ਕੰਧ ਸੋ ਗੁਰ ਦਰਸਾਏ। ਤੇ ਕੀ ਵੇਖਦੇ ਆ? ਗੁਰੂ ਹਰਗੋਬਿੰਦ ਸਾਹਿਬ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਪਦਮ ਆਸਣ ਦੇ ਵਿੱਚ ਬੈਠੇ ਆ ਤੇ ਸਤਿਗੁਰਾਂ ਨੇ ਕੰਧ ਦੇ ਨਾਲ ਢੋ ਲਾਈ ਹੋਈ ਹੈ। ਹਾਂਜੀ। ਪਦਮ ਆਸਨ ਕਰ ਥਿਰੇ ਗੁਸਾਈ। ਮਹਾਰਾਜ ਪਦਮ ਆਸਣ ਵਿੱਚ ਬੈਠੇ ਆ ਤੇ ਗੁਰਮੁਖੋ ਕੰਧ ਦੇ ਨਾਲ ਢੋ ਲੱਗੀ। ਗੋਲ ਗੋਰਾ ਚਿਹਰਾ, ਕਾਲਾ ਦਾੜਾ, ਸੋਹਣੀ ਦਸਤਾਰ ਸਜਾਈ ਹੈ ਮਹਾਰਾਜ ਨੇ। ਹਾਂਜੀ। ਲੋਚਨ ਮੁੰਦਰਤ ਜੋਗੀ ਨਿਆਈ। ਅੱਖਾਂ ਬੰਦ ਨੇ ਛੇਵੇਂ ਪਾਤਸ਼ਾਹ ਮਹਾਰਾਜ ਦੀਆਂ, ਨੇਤਰ ਨਹੀਂ ਖੁੱਲੇ, ਅੱਖਾਂ ਬੰਦ ਹਨ। ਅੰਤਰ ਬਰ ਕਰ ਜਾਏ ਨਿਹਾਰੇ। ਗੁਰੂ ਹਰਿ ਰਾਏ ਸਾਹਿਬ ਕੱਲੇ ਹੀ ਅੰਦਰ ਗਏ ਜੀ। ਫਿਰ ਬੜੇ ਭੈ ਵਿੱਚ ਅੰਦਰ ਗਏ ਤੇ ਅੰਦਰ ਜਾ ਕੇ ਦੇਖਿਆ ਸਵਾਸ ਨ ਆਵਤ ਦੇਹ ਮਝਾਰੇ। ਨਮਸਕਾਰ ਕੀਤੀ ਤੇ ਸਵਾਸ ਵੇਖਿਆ ਤੇ ਪਤਾ ਲੱਗਾ ਵੀ ਹੁਣ ਸਵਾਸ ਨਹੀਂ ਚੱਲ ਰਹੇ। ਛੇਵੇਂ ਪਾਤਸ਼ਾਹ ਮਹਾਰਾਜ ਸਰੀਰ ਤਿਆਗ ਗਏ ਹਨ। ਜੋਤੀ ਜੋਤ ਰਲੇ
ਜੋਤੀ ਜੋਤ ਰਲੇ ਜੋਤੀ ਜੋਤੀ ਜੋਤ ਰਲੇ ਜੋਤੀ ਜੋਤ ਰਲੇ ਜੋਤੀ ਸੰਪੂਰਨ ਥੀਆ ਰਾਮ ਸੰਪੂਰਨ ਥੀਆ ਰਾਮ ਮਹਾਰਾਜ ਗੁਰੂ ਹਰਿ ਸਾਹਿਬ ਸਤਿਗੁਰੂ ਵੇਖਦੇ ਐ ਸਾਡੇ ਦਾਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਰੀਰ ਤਿਆਗ ਗਏ ਹਨ। ਹਾਂਜੀ, ਜਾਏ ਤਿਨੋਂ ਅਬ ਬੰਦਨ ਕਰੀ। ਜਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਜਦੋਂ ਪਤਾ ਲੱਗਾ ਨਾ ਮਹਾਰਾਜ ਜੋਤੀ ਜੋਤ ਸਮਾ ਗਏ ਐ, ਮੱਥਾ ਟੇਕਿਆ। ਦਿਓ ਹੁਕਮ ਸਭ ਕੋ ਤਿਸ ਘਰੀ। ਬਾਹਰ ਆਏ ਆ ਗੁਰੂ ਹਰਿ ਸਾਹਿਬ ਤੇ ਬਾਹਰ ਆ ਕੇ ਸਭ ਨੂੰ ਕਿਹਾ ਚੰਦਨ ਆਦ ਸਮਗਰੀ ਭਾਰੀ। ਗੁਰਸਿੱਖੋ, ਸਾਡੇ ਸਤਿਗੁਰੂ, ਸਾਡੇ ਮਾਲਕ, ਸਾਡੇ ਪਾਤਸ਼ਾਹ ਸਰੀਰ ਤਿਆਗ ਗਏ ਹਨ। ਬਸ ਉਸੇ ਵੇਲੇ ਭੁੱਬਾਂ ਹੀ ਸ਼ੁਰੂ ਹੋ ਗਈਆਂ ਜੀ, ਬੈਰਾਗ ਸ਼ੁਰੂ ਹੋ ਗਿਆ। ਹੁਕਮ ਕੀਤਾ, ਮਹਾਰਾਜ ਕਹਿਣ ਲੱਗੇ ਸਮੱਗਰੀ ਲੈ ਕੇ ਆਓ, ਚੰਦਨ ਦੀਆਂ ਲੱਕੜਾਂ ਲੈ ਕੇ ਆਵੋ। ਕੀਜੈ ਤਿਆਰੀ ਬਿਲਮ ਬਿਸਾਰੀ। ਦੇਰ ਨਹੀਂ ਲਾਉਣੀ, ਛੇਤੀ ਕਰੋ, ਤਿਆਰਾ ਕਰੋ। ਸ਼੍ਰੀ ਹਰਿ ਰਾਏ ਸੋ ਭਾਨਾ ਸਾਦਰ। ਹਾਂਜੀ, ਸੂਰਜ ਮਲ ਸ਼੍ਰੀ ਤੇਗ ਬਹਾਦਰ। ਰਾਏ ਜੋਧ ਪੁਨ ਮੁਖ ਮਸੰਦ। ਆਏ ਬਿਲੋਕੈ ਬਿਲਕੈ ਬ੍ਰਿੰਦ। ਹੁਣ ਮਹਾਰਾਜ ਗੁਰੂ ਹਰਿ ਸਾਹਿਬ ਦੇ ਨਾਲ ਅੰਦਰ ਬਾਬਾ ਸੂਰਜ ਮਲ ਜੀ, ਗੁਰੂ ਤੇਗ ਬਹਾਦਰ ਜੀ, ਰਾਏ ਜੋਧ, ਬਾਬਾ ਭਾਨਾ ਜੀ, ਇਹਨੂੰ ਰੋਕੋ, ਬਾਬਾ ਭਾਨਾ ਜੀ, ਸਾਰੇ ਹੀ ਸਾਧ ਸੰਗਤ ਜੀ ਅੰਦਰ ਚਲੇ ਗਏ ਜੀ। ਅੰਦਰ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ। ਕੁਛ ਆਸਨ ਪਰ ਗੁਰ ਪਉਡਾਏ। ਤੇ ਫਿਰ ਸਤਿਗੁਰਾਂ ਦਾ ਨਾ ਸਾਧ ਸੰਗਤ ਜੀ ਚੌਂਕੜਾ ਖੋਲਿਆ ਉਹਨਾਂ ਨੇ। ਆਖੋ ਸ੍ਰੀ ਵਾਹਿਗੁਰੂ। ਚੌਂਕੜਾ ਲੱਗਾ ਨਾ, ਚੌਂਕੜੇ 'ਚ ਸਾਧ ਸੰਗਤ ਜੀ ਸਰੀਰ ਖਲਵਾਇਆ। ਮਹਾਰਾਜ ਨੇ ਚੌਂਕੜੇ 'ਚ ਸਰੀਰ ਤਿਆਗਿਆ। 10 ਪਾਤਸ਼ਾਹੀਆਂ ਵਿੱਚੋਂ ਇੱਕ ਗੁਰੂ ਹਰਗੋਬਿੰਦ ਸਾਹਿਬ ਤੇ ਦੂਸਰੇ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਚੌਂਕੜੇ 'ਚ ਸਰੀਰ ਤਿਆਗਿਆ ਜੀ। ਮਹਾਰਾਜ ਚੌਂਕੜੇ 'ਚ ਬੈਠੇ ਸੀ ਜਦੋਂ ਸਿਰ ਸੀਸ ਜੁਦਾ ਹੋਇਆ ਜੀ। ਸੋ ਚੌਂਕੜਾ ਖਲਾਇਆ ਆਸਣ ਤੇ, ਜਿਵੇਂ ਲੰਮੇ ਪਾਈਦਾ ਹੈ ਨਾ, ਉਸ ਮੁਦਰਾ ਵਿੱਚ ਲੈ ਕੇ ਆਏ। ਸਦਰਵ ਕੋ ਸੁਚ ਨੀਰ ਅਨਾਏ। ਹਾਂ, ਮਹਾਰਾਜ ਕਹਿਣ ਲੱਗੇ ਹੁਣ ਸਤਲੁਜ ਦਰਿਆ ਦਾ ਜਲ ਲੈ ਕੇ ਆਵੋ। ਮਿਲ ਬਹੁ ਕਰਵਾਇਸ ਇਸ਼ਨਾਨ। ਸਿੰਘ ਕਿੱਥੇ ਹੈ? ਕਰੋ ਨਾ। ਮਿਲ ਕੇ ਸਾਰਿਆਂ ਨੇ, ਬਾਬਾ ਸੂਰਜ ਮਲ ਜੀ, ਗੁਰੂ ਤੇਗ ਬਹਾਦਰ ਜੀ, ਰਾਏ ਜੋਧ ਜੀ, ਸਾਰਿਆਂ ਨੇ ਮਿਲ ਕੇ ਸਾਧ ਸੰਗਤ ਜੀ ਇਸ਼ਨਾਨ ਕਰਵਾਇਆ ਜੀ। ਮਹਾਰਾਜ ਸਤਿਗੁਰਾਂ ਦੇ ਸਰੀਰ ਨੂੰ, ਭਾਈ ਆਪਦੇ ਬੱਚੇ ਸਾਂਭ ਕੇ ਰੱਖਿਆ ਕਰੋ, ਇੱਥੇ ਆ ਕੇ ਕਿਸੇ ਦੀ ਸੁਰਤ ਨਾ ਟੁੱਟਣ ਦਿਆ ਕਰੋ। ਤੁਸੀਂ ਆਪ ਫੋਨ ਫੜ ਲੈਂਦੇ ਹੋ ਤੇ ਬੱਚਿਆਂ ਨੂੰ ਛੱਡ ਦਿੰਦੇ ਹੋ ਜਿਵੇਂ ਕੰਪਨੀ ਬਾਗ ਵਿੱਚ ਆਏ ਹੁੰਦੇ ਆ। ਇਹ ਕੋਈ ਮਰਜ਼ਾਦਾ ਨਹੀਂ ਹੈ ਤੁਹਾਡੀ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੀਰ ਨੂੰ ਇਸ਼ਨਾਨ ਕਰਵਾਇਆ। ਮੁਖ ਕੀ ਜੋਤ ਸੋਜੀਅਤ ਸਮਾਨ। ਤੇ ਗੁਰਮੁਖੋ ਐਨ ਵੇਖਣ ਦੇ ਐ, ਸਤਿਗੁਰਾਂ ਦਾ ਚਿਹਰਾ ਵੇਖਦੇ ਆ ਸਿੱਖ। ਮਹਾਰਾਜ ਸਤਿਗੁਰਾਂ ਦਾ ਚਿਹਰਾ ਐਨ ਖਿੜਿਆ ਪਿਆ ਹੈ, ਜਿਵੇਂ ਜਿਉਂਦੇ ਜਾਗਦੇ ਦਾ ਚਿਹਰਾ ਖਿੜਦਾ। ਸਾਧ ਸੰਗਤ ਜੀ, ਸਿੱਖ ਕਹਿੰਦੇ ਵੇਖੋ ਸਤਿਗੁਰਾਂ ਦਾ ਚਿਹਰਾ ਨਹੀਂ ਮੁਰਝਾਇਆ। ਹਾਂਜੀ, ਸੁੰਦਰ ਸੂਖਮ ਪਟ ਪਹਿਰਾਏ। ਆਪ ਸਤਿਗੁਰਾਂ ਦੇ ਸਰੀਰ ਨੂੰ ਇਸ਼ਨਾਨ ਕਰਾਇਆ।
ਫਿਰ ਸੋਹਣੇ ਬਸਤਰ ਸਤਿਗੁਰਾਂ ਦੇ ਸਰੀਰ ਉੱਤੇ ਪਵਾਏ ਹਨ। ਨਰ ਬਹੁ ਲਾਗ ਬਿਮਾਨ ਬਨਾਏ। ਤੇ ਗੁਰਮੁਖੋ ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਬਾਹਰ ਸਿੱਖ ਬਿਬਾਨ ਤਿਆਰ ਕਰਦੇ ਆ ਜਿਹਨੂੰ ਫੁੱਲ ਲਾਉਂਦੇ ਆ, ਪਰ ਇਹ ਸਾਰਾ ਕੁਝ ਕਰਦਿਆਂ ਬੈਰਾਗ ਹੈ ਅੰਦਰ, ਖੁਸ਼ੀ ਨਹੀਂ ਹੈ ਅੰਦਰ। ਹਾਂਜੀ, ਸ਼ਾਦ ਪਟੰਬਰ ਸੋ ਪਸ਼ਮੰਬਰ। ਸਤਿਗੁਰਾਂ ਵਾਸਤੇ ਬਿਬਾਨ ਤਿਆਰ ਕਰਵਾਇਆ ਜਿਹਨੂੰ ਬੜੇ ਬੜੇ ਮਹਿੰਗੇ ਬਸਤਰ ਲਾਏ ਗਏ। ਪਾਏ ਬਹੁਰ ਜ਼ਰੀਅਨ ਕੇ ਅੰਬਰ। ਬੜੇ ਬੜੇ ਜਰੀਦਾਰ ਕੱਪੜੇ ਛੇਵੇਂ ਪਾਤਸ਼ਾਹ ਸਤਿਗੁਰਾਂ ਦੇ ਸਰੀਰ ਉੱਤੇ ਪਾਉਂਦੇ ਆ। ਉਸ ਕਮਰੇ ਵਿੱਚੋਂ ਸਤਿਗੁਰਾਂ ਦਾ ਸਰੀਰ ਬਾਹਰ ਲੈ ਆਂਦਾ ਹੈ। ਸਭ ਉਪਬਨ ਕੇ ਫੂਲ ਮੰਗਾਏ। ਲਾਗੇ ਲਾਗੇ ਜਿੰਨੇ ਬਾਗ ਸਨ ਨਾ, ਉਹਨਾਂ ਬਾਗਾਂ ਵਿੱਚੋਂ ਫੁੱਲ ਤੋੜ ਕੇ ਮੰਗਵਾਏ ਹਨ। ਕਰ ਕਰ ਮਾਲ ਵਿਸਾਲੀ ਲਿਆਏ। ਤੇ ਗੁਰਮੁਖੋ ਗੁਰਸਿੱਖਾਂ ਨੇ ਹਾਰ ਤਿਆਰ ਕੀਤੇ ਆ, ਹਾਰ ਤਿਆਰ ਕਰ ਕਰਕੇ ਲੈ ਕੇ ਆਏ ਹਨ। ਸਭ ਬਿਮਾਨ ਕੇ ਚਾਹੁ ਦਿਸ਼ ਮਾਹੀ। ਤੇ ਸਤਿਗੁਰਾਂ ਦਾ ਬਿਬਾਨ ਤਿਆਰ ਕੀਤਾ। ਵੇਖੋ ਸਰੀਰ ਦੀ ਖੇਡ ਹੈ ਨਾ, ਕਿੱਥੇ ਆਪ ਜਾਣਾ, ਘੋੜੇ ਉੱਤੇ ਚੜ੍ਹ ਕੇ ਜਾਣਾ, ਬੜੀ ਬੜੀ ਦੂਰ ਜਾਣਾ। ਅੱਜ ਹੁਣ ਬਿਬਾਨ ਤਿਆਰ ਹੋ ਗਿਆ ਜੀ, ਬਿਬਾਨ ਦੇ ਉੱਤੇ ਫੁੱਲ ਲਾਏ ਗਏ ਹਨ। ਲਰਕਾਵਨ ਕੀਨੀ ਦੁੱਤ ਜਾਹੀ। ਗੁਰਸਿੱਖਾਂ ਨੇ ਉਹ ਫੁੱਲ ਜਿਹੜੇ ਆ ਉਹ ਲਟਕਾਏ ਹਨ। ਪੁਸ਼ਪਨ ਸੋ ਛਾਦਿਓ ਤਬ ਸਾਰੇ। ਐਨ ਸਾਧ ਸੰਗਤ ਜੀ, ਫੁੱਲਾਂ ਦੇ ਨਾਲ ਬਿਬਾਨ ਢੱਕ ਹੀ ਦਿੱਤਾ। ਆਨੇ ਪਿਆਰ ਨਾਲ ਬੈਰਾਗ ਨਾਲ ਮਹਾਰਾਜ ਦਾ ਬਿਬਾਨ ਸਜਾਇਆ। ਅਨਕ ਸੁਗੰਧਨ ਪਾਏ ਉਦਾਰੇ। ਹਾਂ, ਬੜੀਆਂ ਸੁਗੰਧੀਆਂ ਦਾ ਛਿੜਕਾਓ ਕੀਤਾ। ਸ਼ਬਦ ਰਬਾਬੀ ਗਾਵਨ ਗਾਵੈ। ਇਹ ਗੁਰੂ ਸਾਹਿਬ ਸਤਿਗੁਰਾਂ ਦਾ ਸਰੀਰ ਹੈ ਨਾ ਜਿੱਥੇ, ਉੱਥੇ ਰਬਾਬੀ ਸ਼ਬਦ ਪੜਨ ਲੱਗ ਪਏ ਜੀ ਗੁਰਬਾਣੀ ਦੇ। ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ। ਜਪੋ ਇਹੋ ਵਿਛੋੜਾ, ਇਹੋ ਵਿਛੋੜਾ ਸਹਿਆ ਨਾ। ਬੈਰਾਗਮਈ ਬਾਣੀ ਦਾ ਕੀਰਤਨ ਗੁਰੂ ਕੇ ਰਬਾਬੀ ਲਾਗੇ ਕਰਨ ਲੱਗੇ ਜੀ। ਹਾਂਜੀ, ਮਾਰੂ ਅਰ ਵਡਹੰਸ ਸੁਣਾਵੈ। ਮਾਰੂ ਰਾਗ ਵਿੱਚ, ਵਡਹੰਸ ਰਾਗ ਦੇ ਵਿੱਚ ਉਹ ਕੀਰਤਨ ਸੁਣਾ ਸੁਣਾ ਕੇ ਸੰਗਤਾਂ ਨੂੰ ਸਤਿਗੁਰਾਂ ਦੇ ਗੁਣ ਚੇਤਾ ਕਰਾਉਂਦੇ ਹਨ। ਦੋਨੋਂ ਗੁਰ ਪਤਨੀ ਤਬ ਆਈ। ਸਾਧ ਸੰਗਤ ਜੀ, ਫਿਰ ਦੋਵੇਂ ਸਤਿਗੁਰਾਂ ਦੇ ਮਹਿਲ ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ ਚੱਲ ਕੇ ਆਏ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਸਰੀਰ ਤਿਆਗ ਗਏ ਹਨ, ਸੰਗ ਨਗਰ ਨਾਰੀ ਸਮੁਦਾਈ। ਉਹਨਾਂ ਦੇ ਨਾਲ ਕੀਰਤਪੁਰ ਸਾਹਿਬ ਦੀਆਂ ਹੋਰ ਵੀ ਬੀਬੀਆਂ ਇਸਤਰੀਆਂ ਸਾਰੀਆਂ ਆਈਆਂ ਹਨ। ਸਤਿਗੁਰ ਕੇ ਗੁਣ ਵਰਣਨ ਕਰਤੀ। ਸਾਰੇ ਮਹਾਰਾਜ ਸਤਿਗੁਰਾਂ ਦੇ ਗੁਣ ਵਰਣਨ ਕਰਦੀਆਂ ਹਨ। ਅਸ਼ਰ ਬਿਲੋਚਨ ਤੇ ਬਹੁ ਧਰਤੀ। ਤੇ ਮਹਾਰਾਜ ਸਤਿਗੁਰਾਂ ਦੇ ਗੁਣ ਚੇਤਾ ਕਰ ਕਰਕੇ ਨਾ ਤੇ ਨੇਤਰਾਂ 'ਚ ਜਲ ਆਉਂਦੇ ਆ। ਗੁਰਮੁਖੋ, ਕੋਈ ਆਮ ਜਿਹਾ ਬੰਦਾ ਸਰੀਰ ਤਿਆਗੇ ਤਾਂ ਰੋਣਾ ਆ ਜਾਂਦਾ, ਇਹ ਤੇ ਐਡੇ ਵੱਡੇ ਸਤਿਗੁਰਾਂ ਨੇ ਸਰੀਰ ਤਿਆਗਿਆ ਜੀ। ਬੈਰਾਗ ਰੋਕਿਆ ਨਹੀਂ ਸੀ ਜਾਂਦਾ, ਜ਼ਬਰਦਸਤੀ ਬੈਰਾਗ ਆ ਰਿਹਾ ਹੈ। ਸੰਗਤ ਆਨ ਹਜ਼ਾਰੋਂ ਖਰੀ। ਹਜ਼ਾਰਾਂ ਹੀ ਸੰਗਤਾਂ ਉੱਥੇ ਪਹੁੰਚ ਗਈਆਂ। ਭਾਈ ਗੁਰਦੇਵ ਜੀ ਸਰੀਰ ਤਿਆਗ ਗਏ ਹਨ। ਬੈਰਾਗ ਕਰਦੀਆਂ ਹਜ਼ਾਰਾਂ ਹੀ ਸੰਗਤਾਂ ਉੱਥੇ ਪਹੁੰਚ ਗਈਆਂ। ਮਹਾਰਾਜ ਸਤਿਗੁਰਾਂ ਦੇ ਦਰਸ਼ਨ ਕਰ ਲਈਏ। ਇੱਕ ਦਿਸ਼ ਅਖਲ ਬਾਹਨੀ ਥਿਰੀ। ਆ ਇੱਕ ਬੰਨੇ ਸਾਰੀ ਮਹਾਰਾਜ ਦੀ ਫੌਜ ਖਲੋਤੀ ਹੈ। ਵੇਖੋ, ਫੌਜਾਂ ਤਾਂ ਹਨ, ਪਰ ਅੱਜ ਸੈਨਾਪਤੀ ਸਤਿਗੁਰੂ ਸਰੀਰ ਤਿਆਗ ਗਏ। ਫੌਜਾਂ ਦੇ ਮਾਲਕ ਸਤਿਗੁਰੂ ਸਰੀਰ ਤਿਆਗ ਗਏ। ਜੈ ਜੈਕਾਰ ਹੋਤ ਚਾਹੁ ਫੇਰੇ। ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਚਾਰੇ ਪਾਸੇ ਸਤਿਗੁਰਾਂ ਦਾ ਨਾਮ ਲੈ ਕੇ ਮਹਾਰਾਜ ਦੀ ਵਡਿਆਈ ਕਰ ਰਹੇ ਹਨ। ਧੰਨ ਗੁਰੂ ਸੁਖ ਦੇਤ ਵਡੇਰੇ। ਧੰਨ ਨੇ ਸੱਚੇ ਪਾਤਸ਼ਾਹ ਜਿਨ੍ਹਾਂ ਸੁੱਖ ਹੀ ਦਿੱਤਾ ਸਾਰਿਆਂ ਨੂੰ। ਮਹਾਰਾਜ ਨੇ ਹਾਲ ਕਰਦੇ ਰਹੇ,
ਗੁਰਮੁਖੋ ਬੜੇ ਬੜੇ ਸਿੱਖ ਗੁਣ ਚੇਤਾ ਕਰ ਕਰਕੇ ਬੈਰਾਗ ਕਰ ਰਹੇ ਹਨ। ਨਿਜ ਨਿਜ ਬਾਤਨ ਨਰ ਨ ਸੁਣਾਵੈ। ਆਪੋ ਆਪਣੀਆਂ ਗੱਲਾਂ ਸੁਣਾਉਂਦੇ, ਮੈਨੂੰ ਮਹਾਰਾਜ ਨੇ ਆਹ ਬਚਨ ਕੀਤਾ ਸੀ, ਭਾਈ ਮੈਨੂੰ ਸਤਿਗੁਰਾਂ ਨੇ ਆਹ ਬਚਨ ਕੀਤਾ, ਆਪੋ ਆਪਣੇ ਬਚਨ ਸੁਣਾਉਂਦੇ ਹਨ। ਜਿਨ ਮੈਂ ਸਤਿਗੁਰ ਕੇ ਗੁਣ ਗਾਵੈ। ਮਹਾਰਾਜ ਦੇ ਗੁਣ ਗਾਉਂਦੇ ਆ। ਧੰਨ ਸਾਡੇ ਸੱਚੇ ਪਾਤਸ਼ਾਹ, ਮਹਾਰਾਜ ਨੇ ਕਦੀ ਸਾਨੂੰ ਓਪਰਾਪਨ ਮਹਿਸੂਸ ਨਹੀਂ ਹੋਣ ਦਿੱਤਾ, ਪਰ ਬੜੀ ਛੋਟੀ ਉਮਰੇ ਸਤਿਗੁਰੂ ਸਰੀਰ ਛੱਡ ਗਏ। 48 ਕੁ ਸਾਲਾਂ ਦੀ ਉਮਰ ਹੈ ਗੁਰਮੁਖੋ। ਹਾਂਜੀ, ਇਕ ਸੁਨ ਕਰੇ ਸਰਾਹਨ ਤਬੈ। ਇੱਕ ਸੁਣ ਰਿਹਾ, ਇੱਕ ਸਿਫਤਾਂ ਕਰ ਰਿਹਾ। ਇਮ ਜਸ ਕੋ ਭਾਖਤ ਮਿਲ ਸਬੈ। ਹਜ਼ਾਰਾਂ ਹੀ ਸੰਗਤਾਂ ਬੈਰਾਗ ਵੀ ਕਰ ਰਹੀਆਂ ਨੇ, ਸਤਿਗੁਰਾਂ ਦਾ ਜਸ ਵੀ ਕਰ ਰਹੀਆਂ ਹਨ। ਗੁਰਮੁਖੋ ਗਲੇ ਰੁਕਦੇ ਆ, ਗੱਲਾਂ ਨਹੀਂ ਹੁੰਦੀਆਂ, ਬੈਰਾਗ ਹੁੰਦਾ ਹੈ। ਸੰਖ ਅਨੇਕ ਬਜਾਵਨ ਕਰਹਿ। ਅਨੇਕਾਂ ਹੀ ਸੰਖ ਵਜਾਏ ਜਾਂਦੇ ਹਨ। ਬਾਦਤ ਬ੍ਰਿੰਦ ਬਜੈ ਧੁਨ ਭਰਹਿ। ਐਨ ਧੁਨ ਭਰ ਭਰ ਕੇ ਸਾਧ ਸੰਗਤ ਜੀ ਸੰਖ ਵਜਾਉਂਦੇ ਆ, ਮਹਾਰਾਜ ਦਾ ਜੈ ਘੋਸ਼ ਕਰਦੇ ਹਨ। ਆਨ ਆਨ ਫੂਲਨ ਬਰਖਾਵਹਿ। ਸਿੱਖ ਆਉਂਦੇ ਆ, ਕੋਈ ਮਾਇਆ ਭੇਟਾ ਕਰ ਰਿਹਾ, ਕੋਈ ਫੁੱਲਾਂ ਦੇ ਹਾਰ ਭੇਟਾ ਕਰ ਰਿਹਾ। ਹਾਂਜੀ, ਨਿਕਟ ਹੋਏ ਸਭ ਸੀਸ ਨਿਵਾਵਹਿ। ਨੇੜੇ ਹੋ ਕੇ ਲੰਮੀਆਂ ਲਾਈਨਾਂ ਲੱਗ ਗਈਆਂ ਗੁਰਦੇਵ ਜੀ ਦੇ ਸਰੀਰ ਦੇ ਦਰਸ਼ਨ ਕਰਨ ਵਾਸਤੇ। ਆਪੋ ਆਪਣੀ ਵਾਰੀ ਦੇ ਨਾਲ ਸੰਗਤਾਂ ਮਹਾਰਾਜ ਸਤਿਗੁਰਾਂ ਦੇ ਛੱਡੇ ਹੋਏ ਸਰੀਰ ਨੂੰ ਮੱਥਾ ਟੇਕ ਰਹੀਆਂ ਹਨ। ਭੀਰ ਭੂਰ ਹੋਈ ਤਿਹ ਸਮੈ। ਬਹੁਤੀ ਭੀੜ ਹੋ ਗਈ ਹੈ। ਕੀਰਤਪੁਰ ਸਾਹਿਬ ਚਾਰੇ ਪਾਸਿਓਂ ਭਰ ਗਿਆ। ਥਿਰੇ ਦੂਰ ਕੋ ਤਹ ਤੇ ਨਵੈ। ਸਾਧ ਸੰਗਤ ਜੀ ਕਈ ਤਾਂ ਦੂਰੋਂ ਹੀ ਮੱਥਾ ਟੇਕ ਰਹੇ, ਲਾਗੇ ਆਉਣ ਦਾ ਮੌਕਾ ਨਹੀਂ ਮਿਲ ਰਿਹਾ। ਧੱਕਾ ਮੁੱਕੀ ਹੋ ਰਿਹਾ, ਲਾਗੇ ਆਉਣ ਦਾ ਮੌਕਾ ਨਹੀਂ ਮਿਲ ਰਿਹਾ। ਦੂਰੋਂ ਹੀ ਸਤਿਗੁਰਾਂ ਨੂੰ ਮੱਥਾ ਟੇਕ ਰਹੇ ਹਨ। ਸੂਰਜ ਮਲ ਸ਼੍ਰੀ ਤੇਗ ਬਹਾਦਰ। ਤੇ ਦੋ ਪੁੱਤ ਕੋਲ ਬੈਠੇ ਆ ਸਰੀਰ ਦੇ, ਬਾਬਾ ਸੂਰਜ ਮਲ ਜੀ ਤੇ ਸ੍ਰੀ ਤੇਗ ਬਹਾਦਰ ਜੀ। ਉਹ ਆਪਣੇ ਪਿਤਾ ਜੀ ਦੇ ਸਰੀਰ ਦੇ ਲਾਗੇ ਬੈਠੇ ਹਨ। ਰਾਏ ਜੋਧ ਅਰ ਭਾਨਾ ਸਾਦਰ। ਰਾਏ ਜੋਧ ਬਾਬਾ ਭਾਨਾ ਜੀ ਇਹ ਵੀ ਲਾਗੇ ਬੈਠੇ ਹਨ। ਇਨ ਤੇ ਆਦਿਕ ਬ੍ਰਿੰਦ ਮਸੰਦ। ਹਾਂਜੀ, ਲਿਓ ਉਠਾਏ ਬਿਮਾਨ ਬਿਲੰਦ। ਤੇ ਗੁਰਮੁਖੋ ਫਿਰ ਸਮਾਂ ਹੋ ਗਿਆ ਵੀ ਚਿਖਾ ਨੂੰ ਅਗਨੀ ਦੇਣੀ ਹੈ, ਕਿਉਂਕਿ ਇਹ ਵੀ ਕਾਰਜ ਕਰਨਾ ਹੀ ਹੁੰਦਾ, ਸਰੀਰ ਨੂੰ ਨਹੀਂ ਰੱਖਿਆ ਜਾ ਸਕਦਾ। ਸਾਰੇ ਬਾਬਾ ਸੂਰਜ ਮਲ ਜੀ, ਗੁਰੂ ਤੇਗ ਬਹਾਦਰ ਜੀ, ਰਾਏ ਜੋਧ ਤੇ ਬਾਬਾ ਭਾਨਾ ਜੀ, ਇਹ ਚਾਰ ਗੁਰਮੁਖ ਪਿਆਰੇ ਲੱਗੇ ਆ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਨੂੰ ਫਿਰ ਮੋਢਾ ਦਿੱਤਾ ਜੀ। ਦੋ ਪੁੱਤਰ ਨੇ, ਇੱਕ ਬਾਬਾ ਬੁੱਢਾ ਜੀ ਦਾ ਪੁੱਤਰ ਹੈ, ਇੱਕ ਰਾਏ ਜੋਧ ਹੈ। ਸਾਧ ਸੰਗਤ ਜੀ, ਰਾਏ ਜੋਧ ਨੂੰ ਪਤਾ ਥੋੜੀ ਸੀ ਵੀ ਮੈਂ ਮਹਾਰਾਜ ਦੇ ਚਰਨਾਂ 'ਚ ਜਦੋਂ ਪਹਿਲੀ ਵਾਰੀ ਆਇਆ, ਸਤਿਗੁਰਾਂ ਦੀ ਅਰਥੀ ਨੂੰ, ਬਿਬਾਨ ਨੂੰ ਵੀ ਮੈਂ ਹੀ ਮੋਢਾ ਲਾਉਣਾ ਹੈ ਜੀ। ਹਾਂਜੀ, ਧਨ ਗਨ ਕੰਚਨ ਪੁਸ਼ਪ ਬਨਾਏ। ਹਾਂਜੀ, ਬਹੁ ਕਰ ਗੇਰਤ ਸੋਬਰ ਖਾਏ। ਮਹਾਰਾਜ ਦਾ ਸਰੀਰ ਚੁੱਕਿਆ ਜਦੋਂ ਮੋਢਿਆਂ ਤੇ, ਬੈਰਾਗ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਧਨ ਫੁੱਲ ਮਾਇਆ ਇਹਨਾਂ ਦੀ ਵਰਖਾ ਹੋਣ ਲੱਗੀ। ਸ਼੍ਰੀ ਹਰਿ ਰਾਏ ਚਮਰ ਗਹਿ ਹਾਥ। ਤੇ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਆਪ ਵੀ ਬੈਰਾਗ ਵਿੱਚ ਹਨ, ਔਰ ਮਹਾਰਾਜ ਆਪਣੇ ਹੱਥ ਵਿੱਚ ਚੌਰ ਪਕੜ ਕੇ ਚੌਰ ਕਰ ਰਹੇ ਹਨ ਜੀ। ਹਾਂਜੀ, ਕਰੇ ਟੁਰਾਵਨ ਉਚਤਾ ਸਾਥ। ਬੜਾ ਉੱਚਾ ਚੌਰ ਕਰ ਰਹੇ ਹਨ। ਮਹਾਰਾਜ ਦਾ ਸਰੀਰ ਜਾ ਰਿਹਾ ਤੇ ਉੱਚਾ ਉੱਚਾ ਚੌਰ ਸਾਹਿਬ ਕਰ ਰਹੇ ਹਨ। ਆਗੇ ਚਲਤਰ ਬਾਬੀ ਗਾਵਤ। ਮਹਾਰਾਜ ਦੇ ਸਰੀਰ ਦੇ ਅੱਗੇ ਅੱਗੇ ਰਬਾਬੀ ਜਾ ਰਹੇ। ਸਾਧ ਸੰਗਤ ਜੀ, ਅੱਗੇ ਅੱਗੇ ਕੀਰਤਨ, ਕਿਉਂਕਿ ਕੀਰਤਨ ਮਗਰ ਨਹੀਂ ਨਾ ਕੀਤਾ ਜਾਂਦਾ, ਕੀਰਤਨ ਅੱਗੇ, ਕੀਰਤਨ ਵਾਲੇ ਅੱਗੇ ਲਾਏ ਜਾਂਦੇ ਆ। ਹਾਂਜੀ, ਪੌੜੀ ਲਾਏ ਦਰਬ ਕੋ ਪਾਵਤ। ਸਾਧ ਸੰਗਤ ਜੀ, ਉਹ ਪੌੜੀ ਲਾਉਂਦੇ ਆ, ਕੀਰਤਨ ਕਰਦੇ ਆ। ਕੀਰਤਨ ਦੇ ਵਿੱਚ ਆਉਂਦੀ ਹੈ ਨਾ ਪੌੜੀ, ਜਿਵੇਂ ਵੱਡਾ ਤੇਰਾ ਦਰਬਾਰ ਪੜ੍ਹਦੇ ਆ, ਤੇ ਗੁਰਸਿੱਖ ਉਹਨਾਂ ਰਾਗੀਆਂ ਨੂੰ ਵੀ ਮਾਇਆ ਭੇਟ ਕਰਦੇ ਹਨ। ਬਰਖਾਵਤ ਪੁਸ਼ਪਨ ਕਰ ਹੇਮ। ਜਿੱਧਰੋਂ ਜਿੱਧਰੋਂ ਮਹਾਰਾਜ ਲੰਘ ਰਹੇ ਆ, ਉਧਰੋਂ ਉਧਰੋਂ ਫੁੱਲਾਂ ਦੀ ਵਰਖਾ ਹੋ ਰਹੀ ਹੈ। ਬੰਦੈ ਕਰ ਬੰਦੈ ਹਿਤ ਛੇਮ। ਹੱਥ ਜੁੜੇ ਆ, ਅੱਖਾਂ ਵਿੱਚੋਂ ਹੰਝੂ ਨੇ, ਬੈਰਾਗ ਚੱਲ ਰਿਹਾ ਹੈ, ਸਿੱਖ ਮੱਥੇ ਟੇਕ ਰਹੇ ਆ।
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਕਈ ਤਾਂ ਕਹਿੰਦੇ ਮਹਾਰਾਜ ਸਾਨੂੰ ਵੀ ਨਾਲ ਹੀ ਲੈ ਜਾਓ, ਅਸੀਂ ਤੁਹਾਡੇ ਤੋਂ ਬਗੈਰ ਕੀ ਕਰਨਾ। ਹਾਂਜੀ, ਮੈਂ ਨੀਰ ਵਹਿ ਵਹਿ ਚੱਲੈ ਜੀਓ। ਹਾਂਜੀ, ਨਿਕਟ ਥਾਨ ਪਿਖ ਜਾਏ ਉਤਾਰੇ, ਲਾਗੇ ਜਿੱਥੇ ਸੰਸਕਾਰ ਕਰਨਾ ਸੀ ਉਸ ਜਗ੍ਹਾ ਸਤਿਗੁਰਾਂ ਦੇ ਸਰੀਰ ਨੂੰ ਉਤਾਰਿਆ ਗਿਆ। ਚਿਖ ਚੰਦਨ ਕੀ ਊਚ ਸੁਧਾਰੇ, ਤੇ ਗੁਰਮੁਖੋ ਚੰਦਨ ਦੀ ਚਿਖਾ, ਚੰਦਨ ਦੀਆਂ ਲੱਕੜਾਂ ਸਜਾਈਆਂ ਗਈਆਂ। ਬਹੁਰ ਦੇ ਤਹਿ ਧਰੀ ਸੁਧਾਰ, ਐਨ ਲੱਕੜਾਂ ਦਾ ਢੇਰ ਲਾ ਕੇ ਫਿਰ ਬੜੇ ਸਤਿਕਾਰ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਸਜਾ ਦਿੱਤਾ ਜੀ ਉੱਤੇ ਜੀ। ਹਾਂਜੀ, ਸੂਰਜ ਮਲ ਕਰ ਲਾਂਬੂ ਧਾਰ, ਫੇਰ ਉੱਤੇ ਲੱਕੜਾਂ ਲਾਈਆਂ। ਗੱਲ ਚੱਲੀ ਵੀ ਮਹਾਰਾਜ ਦੇ ਸਰੀਰ ਨੂੰ ਲਾਂਬੂ ਕਿੰਨੇ ਲਾਉਣਾ ਹੈ, ਚੰਡਾ ਕਿੰਨੇ ਲਾਉਣਾ ਹੈ, ਅਗਨੀ ਕਿੰਨੇ ਲਾਉਣੀ ਹੈ। ਤੇ ਗੁਰਮੁਖੋ ਉਂਝ ਤਾਂ ਬਾਬਾ ਜੀ ਬਾਬਾ ਗੁਰਦਿੱਤਾ ਜੀ ਦਾ ਕੰਮ ਸੀ, ਪਰ ਬਾਬਾ ਜੀ ਤੇ ਪਹਿਲਾਂ ਹੀ ਸਰੀਰ ਤਿਆਗ ਗਏ। ਦੂਸਰੇ ਨੰਬਰ ਦੇ ਪੁੱਤਰ ਨੇ ਬਾਬਾ ਸੂਰਜਮਲ ਸਾਹਿਬ ਜੀ। ਬਾਬਾ ਸੂਰਜਮਲ ਜੀ ਨੇ ਫਿਰ ਆਪ ਆਪਣੇ ਹੱਥੀਂ ਸਤਿਗੁਰਾਂ ਦੇ ਸਰੀਰ ਨੂੰ ਅਗਨੀ ਦਿਖਾਈ ਜੀ, ਚੰਡਾ ਲਾਇਆ ਜੀ। ਬੜੀ ਖੇਡ ਹੈ ਗੁਰਮੁਖੋ। ਚਲੋ ਪਹਿਲਾਂ ਸਰੀਰ ਨਜ਼ਰ ਆਉਂਦਾ ਸੀ, ਪਰ ਜਦੋਂ ਲਾਂਬੂ ਲੱਗ ਜੇ ਨਾ, ਅਗਨ ਭੇਟ ਕਰ ਦੇਣ, ਫਿਰ ਤਾਂ ਸਰੀਰ ਵੀ ਨਹੀਂ ਵੇਖਦਾ ਗੁਰਮੁਖੋ, ਫਿਰ ਨਹੀਂ ਸਰੀਰ ਵੇਖਦਾ। ਹਾਂਜੀ, ਰੁਦਤ ਭਏ ਸਗਰੇ ਨਰ ਨਾਰੀ, ਸਾਧ ਸੰਗਤ ਜੀ ਜਦੋਂ ਮਹਾਰਾਜ ਸਤਿਗੁਰਾਂ ਦੇ ਸਰੀਰ ਨੂੰ ਲਾਂਬੂ ਲਾਇਆ ਤੇ ਬਾਬਾ ਸੂਰਜਮਲ ਜੀ ਦੇ ਅੰਦਰੋਂ ਬੈਰਾਗ ਦੀ ਹੂਕ ਨਿਕਲ ਗਈ ਇੱਕ ਵਾਰੀ ਜੀ। ਪਿਤਾ ਨੇ ਉਹ ਬੈਰਾਗ ਦੀ ਹੂਕ ਸੁਣ ਕੇ ਨਾ, ਲਾਗੇ ਜਿੰਨੇ ਸਿੱਖ ਸਨ ਸਾਰਿਆਂ ਦੇ ਅੰਦਰ ਫਿਰ ਬੈਰਾਗ ਠਾਠਾਂ ਮਾਰਨ ਲੱਗ ਪਿਆ ਜੀ। ਆਸੇ ਪਾਸੇ ਖਲੋਤੇ ਐ, ਵਿਚਕਾਰ ਅਗਨੀ ਬਲ ਰਹੀ ਹੈ। ਉਸ ਅਗਨੀ ਦੇ ਵਿੱਚ ਛੇਵੇਂ ਪਾਤਸ਼ਾਹ ਸਤਿਗੁਰਾਂ ਦਾ ਸਰੀਰ ਜਿਹੜਾ ਉਹਦਾ ਸਤਿਕਾਰ ਹੋ ਰਿਹਾ ਜੀ। ਬੜਾ ਹੀ ਬੈਰਾਗ ਹੈ। ਹਾਂਜੀ, ਬਹੁਰ ਕਪਾਲ ਕਿਰਿਆ ਤਹਿ ਧਾਰੀ, ਉਥੇ ਜਿੰਨੀ ਮਰਜ਼ਾਦਾ ਸੀ ਸਾਧ ਸੰਗਤ ਜੀ ਉਹ ਸਾਰੀ ਕੀਤੀ। ਸਿਮਰ ਸਿਮਰ ਸਦ ਗੁਣ ਸੁਖਦਾਇਕ, ਉਸ ਬਲ ਦੀ ਚਿਖਾ ਦੇ ਲਾਗੇ ਬੈਠ ਕੇ ਬਾਣੀ ਪੜ੍ਹਦੇ ਰਹੇ। ਛੇਵੇਂ ਪਾਤਸ਼ਾਹ ਸਤਿਗੁਰਾਂ ਦੇ ਗੁਣਾਂ ਨੂੰ ਚੇਤੇ ਕਰਦੇ ਰਹੇ, ਬੈਰਾਗ ਕਰਦੇ ਰਹੇ। ਰੁਦਤ ਸੁਬਟ ਠਾਂਡੇ ਸਭ ਪਾਇਕ, ਵਾਹਿਗੁਰੂ। ਫੌਜਾਂ ਦੇ ਅੰਦਰ ਵੀ ਬੈਰਾਗ ਹੈ। ਸਿਪਾਹੀ ਨੇ ਨਾ ਜਿਹੜੇ ਮਹਾਰਾਜ ਦੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਭਰਤੀ ਕੀਤਾ, ਅੱਜ ਉਹ ਵੀ ਬੈਰਾਗ ਕਰਨ ਦੇ ਹੈ, ਉਹ ਵੀ ਬੈਰਾਗ ਕਰ ਰਹੇ ਹੈ। ਹਾਂਜੀ, ਹੇ ਗੁਰ ਤੁਮਰੇ ਬਿਨਾ ਹਮਾਰੀ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਗੈਰ ਕੋ ਸੁਧ ਲੇ ਕਰੇ ਪ੍ਰਤਪਾਰੀ, ਸਾਡੀ ਕੌਣ ਸੁਧ ਲਏਗਾ, ਸਾਨੂੰ ਕੌਣ ਪਾਲੇਗਾ। ਕੋ ਆਯੁਧ ਵਿਦਿਆ ਸਿਖਰਾਵੈ, ਕਿਉਂਕਿ ਇਹ ਉਹ ਸਿੱਖ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਸ਼ਸਤਰ ਵਿਦਿਆ ਸਿਖਾਈ ਹੈ। ਮਹਾਰਾਜ ਸਾਨੂੰ ਕੌਣ ਸ਼ਸਤਰ ਵਿਦਿਆ ਸਿਖਾਵੇਗਾ। ਕੋ ਪਰਖੈ ਬਹੁ ਦਰਬ ਦਿਵਾਵੈ, ਮਹਾਰਾਜ ਕੌਣ ਸਾਡੇ ਉੱਤੇ ਖੁਸ਼ ਹੋ ਕੇ ਸਾਨੂੰ ਮਾਇਆ ਦੇਗਾ ਵੀ ਅੱਜ ਇਹਨੇ ਦਾ ਬੜਾ ਸੋਹਣਾ ਲਾਇਆ, ਇਹਨੂੰ ਮਾਇਆ ਦਿਓ। ਹਾਂਜੀ, ਬਹੁਰ ਮਸੰਦ ਰੁਦਤ ਹੈ ਖਰੇ, ਗੁਰਮੁਖੋ ਮਸੰਦ ਵੀ ਬੈਰਾਗ ਕਰ ਰਹੇ ਆ, ਬੈਰਾਗ ਰੁਕ ਨਹੀਂ ਰਿਹਾ। ਹੇ ਪ੍ਰਭ ਕੋ ਆਦਰ ਹਮ ਕਰੇ, ਹੇ ਮਹਾਰਾਜ ਅਸੀਂ ਦੂਰੋਂ ਚੱਲ ਕੇ ਆਉਨੇ ਸਾਂ, ਤੁਸੀਂ ਸਾਡਾ ਆਦਰ ਕਰਦੇ। ਮਹਾਰਾਜ ਤੁਹਾਡੇ ਵਰਗਾ ਪਿਆਰ ਕਿੱਥੋਂ ਪ੍ਰਾਪਤ ਹੋਏਗਾ। ਜਥਾ ਜੋਗ ਬੈਠਾਵਤ ਪਾਸ, ਸਿੱਖ ਕਹਿੰਦੇ ਵੇਖੋ ਮਹਾਰਾਜ ਸਾਨੂੰ ਆਪਣੇ ਲਾਗੇ ਵੀ ਬਿਠਾਉਂਦੇ ਹੁੰਦੇ ਸੀਗੇ। ਹਾਂਜੀ, ਦਇਆ ਕਰਤ ਹੋਏ ਕਾਰਜ ਰਾਸ, ਮਹਾਰਾਜ ਜਦੋਂ ਤੁਸੀਂ ਦਇਆ ਕਰਦੇ ਸੀ ਸਾਡੇ ਕਾਰਜ ਵੈਸੇ ਹੀ ਸੌਰ ਜਾਂਦੇ ਸੀਗੇ। ਹੁਣ ਉਹ ਮਾਹੌਲ ਕਿੱਥੋਂ ਮਿਲੇਗਾ। ਹਾਂਜੀ,
ਤਥਾ ਰੁਦਨ ਨਾਰੀ ਬਹੁ ਕਰੈ। ਇਸਤਰੀਆਂ ਵੀ ਬੈਰਾਗ ਕਰ ਰਹੀਆਂ ਹਨ। ਹੇ ਪ੍ਰਭ ਕੌਣ ਸ਼ਕਤ ਅਸ ਧਰੈ। ਹੇ ਮਹਾਰਾਜ ਗਰੀਬ ਨਵਾਜ, ਕੌਣ ਏਡੀ ਵੱਡੀ ਸ਼ਕਤੀ ਵਾਲਾ ਹੈ? ਪਰ ਹੁਕਮ ਹੈ ਨਾ, ਲਾਗੇ ਰਾਗੀ ਕੀਰਤਨ ਕਰ ਰਹੇ ਆ। ਹੁਕਮੇ ਜੰਮਣ ਹੁਕਮੇ ਮਰਣਾ, ਹੁਕਮੇ ਜੰਮਣ ਹੁਕਮੇ ਮਰਣਾ, ਹੁਕਮੇ ਜੰਮਣ। ਹੁਕਮ ਚ ਜੰਮਣਾ ਹੈ, ਹੁਕਮ ਚ ਮਰਨਾ ਹੈ। ਜਿਵੇਂ ਤੁਧ ਆਪੇ ਕਾਰਣ ਆਪੇ ਕਰਣਾ, ਹੁਕਮੇ ਜੰਮਣ ਹੁਕਮੇ ਮਰਣਾ। ਹਾਂਜੀ, ਲਾਖੋਂ ਤੁਰਕਨ ਕੋ ਸੰਘਾਰਾ। ਵਿਚਾਰ ਗੁਣ ਚੇਤਾ ਆਉਂਦੇ, ਲੱਖਾਂ ਤੁਰਕਾਂ ਨੂੰ ਮਹਾਰਾਜ ਆਪ ਨੇ ਸੰਘਾਰਿਆ। ਆਨਿਓ ਸਭ ਪਰਿਵਾਰ ਸੁਖਾਰਾ। ਤੇ ਸਾਰੇ ਪਰਿਵਾਰ ਨੂੰ, ਗੁਰਸਿੱਖਾਂ ਨੂੰ ਮਹਾਰਾਜ ਨੇ ਆਪ ਜੀ ਨੇ ਸੌਖਿਆ ਕੀਤਾ। ਗੁਰੂ ਰੂਪ ਜੋਦਾ ਬਲ ਭਾਰੀ। ਇਹ ਮਹਾਰਾਜ ਤੁਸੀਂ ਗੁਰੂ ਵੀ ਹੋ ਤੇ ਤੁਸੀਂ ਵੱਡੇ ਯੋਧੇ ਵੀ ਹੋ। ਹਾਂਜੀ, ਪੀਰੀ ਮੇਰੀ ਮਹਾ ਸੰਭਾਰੀ। ਮੇਰੇ ਤੇ ਪੇਰੇ ਦੇ ਮਰਜ਼ਾਦਾ ਸਤਿਗੁਰੂ ਆਪ ਜੀ ਨੇ ਤੋਰੀ। ਇਕ ਦਿਸ਼ ਸੰਗਤ ਪ੍ਰੇਮ ਵਿਸਾਲਾ। ਗੁਰਮੁਖੋ ਇੱਕ ਪਾਸੇ ਸੰਗਤ ਬੜਾ ਹੀ ਪ੍ਰੇਮ ਕਰਨ ਵਾਲੀ ਹੈ। ਹਾਂਜੀ, ਰੋਦਤ ਹੈ ਪਿਕ ਚਿਖ ਸਿਖ ਜਾਲਾ। ਇਹ ਸਾਰੀਆਂ ਸੰਗਤਾਂ, ਕੋਈ ਸਿੱਖ ਇਹੋ ਜਿਹਾ ਨਹੀਂ ਜਿਹਦੀਆਂ ਅੱਖਾਂ 'ਚ ਜਲ ਨਹੀਂ ਆਇਆ। ਮਹਾਰਾਜ ਪਿਆਰ ਹੀ ਇੰਨਾ ਕਰਦੇ ਜੀ। ਬਾਬੇ ਸੁਥਰੇ ਵਰਗੇ ਵੀ ਬੈਰਾਗ ਕਰਨ ਦੇ। ਜਦੋਂ ਜਨਮਿਆ ਬਾਬਾ ਸੁਥਰਾ, ਮਹਾਰਾਜ ਬਾਰਾਮੂਲਾ ਦੀ ਧਰਤੀ ਤੇ ਸੀ। ਕਿਸੇ ਨੇ ਰੂੜੀ ਤੇ ਸੁੱਟਿਆ, ਰੋਣ ਦੀ ਆਵਾਜ਼ ਆਉਂਦੀ। ਮਹਾਰਾਜ ਕਹਿੰਦੇ ਵੇਖੋ ਇਨਸਾਨੀ ਬੱਚਾ ਰੋ ਰਿਹਾ, ਕੌਣ ਰੋ ਰਿਹਾ? ਸਿੱਖ ਗਿਆ ਮਹਾਰਾਜ, ਹੈ ਤੇ ਇਨਸਾਨੀ ਬੱਚਾ, ਕੁਥਰਾ ਹੈ, ਕੁਥਰਾ। ਜੰਮਦੇ ਦੇ ਦੰਦ ਬਾਹਰ ਨੇ। ਮਹਾਰਾਜ ਨੇ ਝੋਲੀ 'ਚ ਫੜ ਕੇ ਕਿਹਾ ਸਾਡਾ ਸੁਥਰਾ ਹੈ, ਕੁਥਰਾ ਨਹੀਂ ਹੈ। ਕੋਈ ਸਿੱਖ ਐਸਾ ਨਹੀਂ ਹੈ ਜਿਹਦੇ ਨੇਤਰਾਂ 'ਚ ਜਲ ਨਹੀਂ ਆਇਆ। ਦਾਸੀ ਦਾਸ ਸੰਭੂ ਬਿਰਲਾਪੂ। ਦਾਸ ਦਾਸੀਆਂ ਸਾਰੇ ਵਿਰਲਾਪ ਕਰ ਰਹੇ। ਮਹਾਰਾਜ ਸਤਿਗੁਰੂ ਚਿਖਾ ਦੇ ਅੰਦਰ ਸੱਜੇ ਹਨ। ਮਹਾਰਾਜ ਜੀ ਦੀ ਚਿਖਾ ਅਗਨ ਭੇਟ ਹੋ ਰਹੀ ਹੈ। ਤਜਹਿ ਬਿਲੋਚਨ ਤੇ ਬਹੁ ਆਪੂ। ਆਪੇ ਹੀ ਜਲ ਵਹੀ ਜਾਂਦਾ ਸਾਧ ਸੰਗਤ ਜੀ, ਰੁਕਿਆ ਨਹੀਂ ਰੁਕਦਾ। ਜਨ ਕਰੁਣਾ ਰਸ ਛਾਇਓ ਡੇਰਾ। ਮਾਨੋ ਸਾਰੇ ਕਿਤੇ ਕਰੁਣਾ ਰਸ ਛਾ ਗਿਆ ਹੋਵੇ, ਬੈਰਾਗ ਰਸ ਛਾ ਗਿਆ ਹੋਵੇ। ਸਤਿਗੁਰ ਬ੍ਰਿਹ ਤੇ ਕਸ਼ਟ ਵਡੇਰਾ। ਕਿਉਂ? ਮਹਾਰਾਜ ਸਤਿਗੁਰਾਂ ਦਾ ਵਿਛੋੜਾ ਪੈ ਗਿਆ ਹੈ। ਸੰਗਤ ਨੂੰ ਮਹਾਰਾਜ ਦਾ ਵਿਛੋੜਾ ਪੈ ਗਿਆ, ਉਹਦਾ ਕਸ਼ਟ ਹੋ ਰਿਹਾ। ਬਾਣੀ ਚਾਹੁੰਦਾ ਨਾ ਸਤਿਗੁਰ ਮਿਲੈ ਤਾਂ ਮਿਲੈ ਸੁਭਾਏ, ਇਹੋ ਵਿਛੋੜਾ ਸਹਿਆ ਨਾ ਜਾਏ। ਹਾਂਜੀ, ਭਾਨਾ ਸਾਹਿਬ ਸਭ ਸਮਝਾਏ। ਬਾਬਾ ਭਾਨਾ ਜੀ ਸਾਰਿਆਂ ਨੂੰ ਸਮਝਾਉਣ ਲੱਗੇ। ਕਿਮ ਨਾਹਕ ਤੁਮ ਸ਼ੋਕ ਉਪਾਏ। ਨਾ ਭਾਈ, ਐਵੇਂ ਖਾਮ ਖਾਈ ਤੁਸੀਂ ਸ਼ੋਕ ਕਰ ਰਹੇ ਹੋ। ਮਹਾਰਾਜ ਸਤਿਗੁਰਾਂ ਦਾ ਉਪਦੇਸ਼ ਚੇਤਾ ਕਰੋ। ਦੀਨ ਬੰਧੂ ਸ੍ਰੀ ਹਰਿ ਗੋਬਿੰਦ। ਭਾਈ ਗੁਰੂ ਹਰਗੋਬਿੰਦ ਸਾਹਿਬ ਤਾਂ ਦੀਨ ਬੰਧੂ ਸਤਿਗੁਰੂ ਹਨ। ਨਿਤ ਜੀਵਤ ਜਿਨ ਸ਼ਕਤ ਬਿਲੰਦ। ਵੇਖੋ ਮਹਾਰਾਜ ਨਿਤ ਜਿਉਂਦੇ ਆ। ਮਹਾਰਾਜ ਕਿਤੇ ਨਹੀਂ ਗਏ। ਮਹਾਰਾਜ ਵੱਡੀ ਸ਼ਕਤੀ ਵਾਲੇ ਸਾਡੇ ਵਿੱਚ ਹਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਜੋ ਸਭ ਮਹਿ ਰਹਿਆ ਸਮਾਏ। ਜੋ ਸਿਮਰੈ ਔਰ ਸ਼ਰਧਾ ਧਰੈ। ਬਾਬਾ ਭਾਨਾ ਜੀ ਕਹਿੰਦੇ ਜਿਹੜਾ ਸਿਮਰੇਗਾ, ਸ਼ਰਧਾ ਧਾਰਨ ਕਰੇਗਾ, ਵਿਦਤ ਹੋਏ ਮੁਸੋ ਦਰਸ਼ਨ ਕਰੈ। ਮਹਾਰਾਜ ਪ੍ਰਗਟ ਹੋ ਕੇ ਉਹਨੂੰ ਦਰਸ਼ਨ ਦੇ ਦੇਣਗੇ। ਇਹਦੇ 'ਚ ਕਿਹੜੀ ਵੱਡੀ ਗੱਲ ਹੈ? ਜੋ ਜਾਚੈ ਤਿਸ ਦੇਵਨ ਹਾਰੇ। ਭਾਈ ਜਿਹੜਾ ਦਰਸ਼ਨ ਮੰਗੇਗਾ, ਮਹਾਰਾਜ ਉਹਨੂੰ ਆਪਣੇ ਦਰਸ਼ਨ ਵੀ ਦੇ ਦੇਣਗੇ। ਤਿਨ ਕੋ ਸ਼ੋਕ ਕਹਾਂ ਕੋ ਧਾਰੇ। ਐਸੇ ਸਤਿਗੁਰਾਂ ਦਾ ਕਾਹਦਾ ਸ਼ੋਕ ਕਰਨਾ ਹੈ? ਜਾਂ ਤੇ ਸੰਗਤ ਅਰ ਪਰਿਵਾਰ। ਇਸ ਕਰਕੇ ਸਾਰੀ ਸੰਗਤ ਤੇ ਸਤਿਗੁਰੂ ਜੀ ਦਾ ਪਰਿਵਾਰ। ਨੈ ਕੀਜੈ ਇਮ ਸ਼ੋਕ ਉਦਾਰ। ਨਾ ਭਾਈ ਸ਼ੋਕ ਨਾ ਕਰੋ, ਇੰਨਾ
ਬੈਰਾਗ ਨਾ ਕਰੋ। ਅਪਰ ਲੋਕ ਜਗ ਕੇ ਹੋਏ ਜੈਸੇ। ਭਾਈ ਇਹ ਕੋਈ ਆਮ ਪੁਰਸ਼ ਥੋੜੀ ਹਨ। ਜਿਵੇਂ ਆਮ ਲੋਕ ਜਾਂਦੇ ਆ ਤੇ ਉਹਨਾਂ ਦੇ ਜਾਣ ਤੇ ਲੋਕ ਰੋਂਦੇ ਹਨ। ਸਤਿਗੁਰ ਨਹੀਂ ਜਾਣੀਐ ਤੈਸੇ। ਨਾ ਭਾਈ, ਸਤਿਗੁਰੂ ਸਾਡੇ ਐਸੇ ਥੋੜੀ, ਐਵੇਂ ਆਪਾਂ ਮਹਾਰਾਜ ਵਾਸਤੇ ਥੋੜੀ ਰੋਣਾ। ਹਾਂਜੀ, ਇਸ ਬਿਦ ਕਹਿ ਕਰ ਸਕਲ ਹਟਾਏ। ਬਾਬਾ ਭਾਨਾ ਜੀ ਨੇ ਬਚਨ ਕਰਕੇ ਸਾਰਿਆਂ ਨੂੰ ਰੋਣ ਤੋਂ ਰੋਕਿਆ। ਸ਼੍ਰੀ ਹਰਿ ਰਾਏ ਸੋ ਪ੍ਰਥਮ ਉਠਾਏ। ਚਿਖਾਗਨ ਭੇਟ ਹੋ ਗਈ ਹੈ, ਸਾਰਿਆਂ ਤੋਂ ਪਹਿਲਾਂ ਹਰਿ ਰਾਏ ਜੀ ਨੂੰ ਉਠਾਇਆ ਹੈ। ਸੂਰਜ ਮਲ ਸ਼੍ਰੀ ਤੇਗ ਬਹਾਦਰ। ਫਿਰ ਬਾਬਾ ਸੂਰਜ ਮਲ ਜੀ ਸ੍ਰੀ ਤੇਗ ਬਹਾਦਰ ਸਾਹਿਬ ਇਨੋ ਉਠਾਏ ਲਿਓ ਕਰ ਸਾਦਰ। ਇਹ ਵੀ ਉੱਥੇ ਬੈਠੇ ਸਨ, ਚਿਖਾ ਲਾਗੇ, ਉਹਨਾਂ ਨੂੰ ਉਠਾਇਆ ਉੱਥੋਂ। ਹਿਤ ਇਸ਼ਨਾਨ ਸਗਰੇ ਤਬ ਚਾਲੇ। ਸੋ ਭਾਈ ਫਿਰ ਸਾਰੇ ਉੱਥੋਂ ਉੱਠੇ ਆ, ਇਸ਼ਨਾਨ ਪਾਣ ਕਰਨ ਵਾਸਤੇ ਅੱਗੇ ਚੱਲੇ। ਕਹਿਤ ਪਰਸ ਪਰ ਧੀਰ ਬਿਸਾਲੇ। ਸਾਰੇ ਆਪਸ ਵਿੱਚ ਸਹਿਜੇ ਸਹਿਜੇ ਬਚਨ ਕਰਨ ਦੇ ਐ, ਪਰ ਬੈਰਾਗ ਬਹੁਤ ਜ਼ਿਆਦਾ ਹੈ। ਕਰ ਮੱਜਨ ਕੋ ਲਾਏ ਦੀਵਾਨ। ਇਸ਼ਨਾਨ ਪਾਨ ਕੀਤਾ ਤੇ ਦੀਵਾਨ ਸਜਾਇਆ। ਸਤਿਗੁਰ ਸ਼ਬਦ ਕੀਨ ਸਭ ਗਾਨ। ਗੁਰਬਾਣੀ ਦਾ ਕੀਰਤਨ ਹੋਣ ਲੱਗਾ। ਸਤਿਗੁਰ ਮੇਰਾ ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ। ਨਾ ਆਵੈ ਨਾ ਜਾਏ, ਨਾ ਆਵੈ ਨਾ ਜਾਏ। ਉਹ ਅਬਿਨਾਸੀ ਪੁਰਖ ਹੈ ਜੋ ਸਭ ਮਹਿ ਰਿਹਾ ਸਮਾਏ। ਇਉਂ ਗੁਰੂ ਕੇ ਕੀਰਤਨੀਏ ਰਾਗੀ ਕੀਰਤਨ ਕਰਨ ਦੇ ਹਨ। ਪੰਚਾਮ੍ਰਿਤ ਅਰਦਾਸ ਅਲਾਏ। ਫੇਰ ਕੜਾ ਪ੍ਰਸ਼ਾਦ ਹੋਇਆ, ਅਰਦਾਸ ਬੇਨਤੀ ਕੀਤੀ, ਕੜਾ ਪ੍ਰਸ਼ਾਦ ਦੀ ਦੇਗ ਹੋਈ। ਸਭ ਸੰਗਤ ਮੈਂ ਸੋ ਵਰਤਾਏ। ਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਮੇਰੀ ਬੇਨਤੀ 'ਚ ਅੱਜ ਹੁਣ ਜਦੋਂ ਅਰਦਾਸ ਹੋਏਗੀ ਉੱਠ ਕੇ ਨਾ ਜਾਇਓ ਸਾਰੇ। ਇਹ ਦੇਗ ਜਿਹੜੀ ਹੈ ਇਹ ਲੈਣੀ ਜ਼ਰੂਰੀ 'ਚ। ਕੜਾ ਪ੍ਰਸ਼ਾਦ ਦੀ ਦੇਗ ਛਕੀ ਸਾਰਿਆਂ ਨੇ। ਸਭਾ ਸਥਲ ਮੈਂ ਪੁੰਨ ਚੱਲ ਆਏ। ਫਿਰ ਸਾਰੇ ਸਭਾ ਸਥਾਨ ਤੇ ਆਏ। ਬੈਠ ਬੈਠ ਨਿਜ ਥਾਨ ਸਿਧਾਏ। ਆਪੋ ਆਪਣੀਆਂ ਮਹਾਰਾਜ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀਆਂ ਲਵਾ ਕੇ ਘਰਾਂ ਨੂੰ ਤੁਰੇ। ਸੰਮਤ ਬਿਕਰਮ ਨ੍ਰਿਪ ਕੋ ਕਹੀਐ। ਹਾਂਜੀ, ਸੋ ਲੈ ਸਹਿਸ ਚੇਤ ਸੁਧ ਲਹੀਐ। ਸਾਧ ਸੰਗਤ ਜੀ ਕਹਿੰਦੇ ਆ ਸੰਮਤ 1600 ਬਿਕਰਮੀ ਪੰਚਮੀ ਸੁਦੀ ਦਾ ਦਿਨ ਹੈ। ਪੰਚਮ ਸਵਾ ਜਾਮ ਦਿਨ ਚੜੇ। ਹਾਂ, ਸਾਧ ਸੰਗਤ ਅੰਮ੍ਰਿਤ ਵੇਲੇ ਦਾ ਸਮਾਂ ਸਵਾ ਪਹਿਰ ਚੜੇ। ਤਨ ਗੁਰ ਕੋ ਸੰਸਕਾਰਨ ਕਰੇ। ਤੇ ਧੰਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਜੀ। ਬੜੇ ਹੀ ਵੱਡੇ ਯੋਧੇ ਸੱਚੇ ਪਾਤਸ਼ਾਹ। ਹਾਂਜੀ, ਜੇ ਸਿੱਖ ਮੁਖ ਸਬਨ ਸਮਝਾਵੈ। ਕਹਿ ਬਹੁ ਭਾਂਤਨ ਸ਼ੋਕ ਮਿਟਾਵੈ। ਮੁਖੀ ਮੁਖੀ ਸਿੱਖ ਫਿਰ ਸੰਗਤਾਂ ਨੂੰ ਰੋਕਦੇ, ਨਾ ਭਾਈ ਹੁਣ ਰੋਵੋ ਨਾ। ਮਹਾਰਾਜ ਰੋਕ ਕੇ ਗਏ ਹਨ। ਕਿਰਿਆ ਰੀਤ ਸੂਰਜ ਮਲ ਸਾਰੀ। ਬਾਬਾ ਸੂਰਜ ਮਲ ਜੀ ਸਾਰੀ ਮਰਜ਼ਾਦਾ ਕਰਦੇ ਹਨ। ਕਰਤ ਭਇਓ ਬਿਦ ਜਥਾ ਉਚਾਰੀ। ਜਿਵੇਂ ਸਰੀਰ ਤਿਆਗਣ ਉਪਰੰਤ ਮਰਜ਼ਾਦਾ ਹੁੰਦੀ, ਉਹ ਸਾਰੀ ਮਰਜ਼ਾਦਾ ਕਰਦੇ ਹਨ। ਪੁਸ਼ਪ ਚੁਨਾਵਨ ਆਦਿਕ ਜੋਏ। ਹਾਂਜੀ, 13 ਦਿਵਸ ਬਿਤਨ ਜਬ ਹੋਏ। ਤੇ ਗੁਰਮੁਖੋ ਫਿਰ ਸਮੇਂ ਨਾਲ ਜਦੋਂ ਦਿਨ ਆਏ, ਅੰਗੀਠਾ ਠੰਡਾ ਹੋਇਆ, ਫਿਰ ਸਤਿਗੁਰਾਂ ਦਾ ਅੰਗੀਠਾ ਸੰਕੋਚਿਆ ਗਿਆ ਜੀ। ਸਤਿਗੁਰਾਂ ਦੇ ਸਰੀਰ ਦੀ ਪਵਿੱਤਰ ਰਾਖ ਜਿਹੜੀ ਹੈ, ਉਸ ਰਾਖ ਨੂੰ ਇਕੱਠਿਆਂ ਕੀਤਾ। ਬਸ ਇਹੋ ਹੀ ਹੈ ਸਰੀਰ, ਸਾਧ ਸੰਗਤ ਜੀ। ਤਾਈਓ ਮਹਾਰਾਜ ਕਹਿੰਦੇ ਨਾ, ਸਰੀਰ ਨਾਲ ਪਿਆਰ ਨਾ ਪਾਓ, ਇਹਨੇ ਵਿਛੜਨਾ ਹੀ ਵਿਛੜਨਾ। ਹਾਂਜੀ, ਭੋਜਨ ਅਨੇਕ ਪ੍ਰਕਾਰ ਕਰਾਏ। ਹਾਂ, ਫਿਰ 13ਵੇਂ ਦਿਨ ਬੜਾ ਵੱਡਾ ਮੇਲਾ ਲਾਇਆ ਗਿਆ, ਭੋਜਨ ਪ੍ਰਸ਼ਾਦ ਕੀਤਾ ਗਿਆ। ਕਈ ਹਜ਼ਾਰਨ ਕੇ ਤ੍ਰਿਪਤਾਏ। ਕਈ ਹਜ਼ਾਰਾਂ ਸਿੱਖ ਇਕੱਠੇ ਹੋਏ, ਜਿਵੇਂ ਦੁਸਹਿਰਾ ਸਮਾਗਮ ਹੁੰਦਾ ਨਾ, ਅੰਤਮ ਅਰਦਾਸ, ਹਜ਼ਾਰਾਂ ਸਿੱਖ ਇਕੱਠੇ ਹੋਏ। ਸਤਿਗੁਰ ਹੇਤ ਦਾਨ ਬਹੁ ਕੀਨੇ। ਮਹਾਰਾਜ ਸਤਿਗੁਰਾਂ ਨੂੰ ਯਾਦ ਕਰ ਕਰਕੇ
ਦਾਨ ਪੁੰਨ ਕੀਤਾ ਜਾਂਦਾ। ਸਹਿਜਾ ਬਸਤਰ ਸ਼ਸਤਰ ਕੋ ਦੀਨੇ ਸਹਿਜਾ ਬਸਤਰ ਸ਼ਸਤਰ ਭੇਟਾ ਕੀਤੇ ਜਾਂਦੇ। ਬਹੁ ਮੋਲੇ ਗਨ ਦੀਏ ਤੁਰੰਗ ਬੜੇ ਬੜੇ ਮਹਿੰਗੇ ਘੋੜੇ ਵੀ ਦਾਨ ਕੀਤੇ ਗਏ। ਅਲੰਕਾਰ ਸੁੰਦਰ ਸਰਬੰਗ ਜਿਨ੍ਹਾਂ ਨੂੰ ਸੋਹਣੇ ਗਹਿਣੇ ਪਵਾਏ ਗਏ। ਜਥਾ ਜੋਗ ਸਭ ਹੀ ਕਰਵਾਏ ਸਾਰੀ ਮਰਜ਼ਾਦਾ ਸਹਿਤ ਕੀਤੀ ਗਈ। ਨਿਜ ਨਿਜ ਸਦਨ ਗਏ ਸਮੁਦਾਏ 13 ਦਿਨ ਮੇਲਾ ਲੱਗਾ ਰਿਹਾ, ਫਿਰ ਆਪੋ ਆਪਣੇ ਘਰਾਂ ਨੂੰ ਚਲੇ ਗਏ। ਰਾਏ ਜੋਧ ਕਾਂਗੜ ਕੋ ਗਇਓ ਰਾਏ ਜੋਧ ਨੂੰ ਮਹਾਰਾਜ ਨੇ ਹੁਕਮ ਕੀਤਾ ਸੀ, ਤੂੰ ਆਪਣੇ ਨਗਰ ਕਾਂਗੜਪੁਰ ਚਲੇ ਜਾਈਂ। ਰਾਏ ਜੋਧ ਕਾਂਗੜਪੁਰ ਚਲੇ ਗਿਆ। ਸੰਗ ਆਪਨੇ ਰੂਪਾ ਲਿਓ ਨਾਲ ਆਪਣੇ ਭਾਈ ਰੂਪੇ ਨੂੰ ਵੀ ਲੈ ਗਿਆ। ਚਿਰੰਕਾਲ ਕੇ ਇਕੱਠੇ ਹੁਤੇ ਲੰਮੇ ਸਮੇਂ ਤੋਂ ਇਕੱਠਾ ਹੀ ਸੀ ਰਾਏ ਜੋਧ, ਇੱਥੇ ਹੀ ਬੈਠਾ ਸੀ ਮਹਾਰਾਜ ਦੇ ਚਰਨਾਂ ਵਿੱਚ। ਗਮਨੇ ਸਿੱਖ ਸੇਵਕ ਜਿਤ ਕਿਤੇ ਸਾਰੇ ਸਿੱਖ ਸੇਵਕ ਆਪੋ ਆਪਣੇ ਘਰਾਂ ਨੂੰ ਚਲੇ ਗਏ। ਸ਼੍ਰੀ ਹਰਿ ਰਾਏ ਅਗਰ ਕਰ ਨਮੋ ਧੰਨ ਗੁਰੂ ਹਰਿ ਰਾਏ ਸਾਹਿਬ ਨੂੰ ਸਤਵਾਂ ਗੁਰੂ ਜਾਣ ਕੇ ਮੱਥਾ ਟੇਕਿਆ ਸਾਰਿਆਂ ਨੇ। ਗੁਰੂ ਸੁਤਨ ਸੋ ਮਿਲਤੇ ਸਮੋ ਬਾਬਾ ਅਣੀ ਰਾਏ ਬਾਬਾ ਸੂਰਜਮਲ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ ਹਨ। ਜੈ ਕਹਿ ਗਏ ਸਰਬ ਜੇ ਆਏ ਪਤਾ ਨਹੀਂ ਕਿੱਥੋਂ ਕਿੱਥੋਂ ਸਿੱਖ ਆਏ, ਸਾਰੇ ਫਿਰ ਵਾਪਸ ਮੁੜਨ ਲੱਗੇ। ਗੁਰ ਕੀਰਤ ਬਸਤੀ ਰਤ ਜਾਏ ਮਹਾਰਾਜ ਸਤਿਗੁਰਾਂ ਦੀ ਕੀਰਤ ਹੋਣ ਲੱਗੀ। ਧੀਰ ਮਲ ਸੁਨ ਨਾਹਿ ਨ ਪਰ ਆਇਓ ਬਾਬਾ ਧੀਰਮਲ ਨਹੀਂ ਸੀ ਸੁਣ ਕੇ ਆਇਆ, ਵੀ ਫੇਰ ਹੀ ਆ ਜਾਂਦਾ। ਇਹ ਮੌਕਾ ਤੇ ਦੁਸ਼ਮਣਾਂ ਕੋਲ ਵੀ ਹੁੰਦਾ ਸਾਧ ਸੰਗਤ ਜੀ, ਪਰ ਬਾਬਾ ਧੀਰਮਲ ਨਹੀਂ ਆਇਆ। ਗੁਰੂ ਅਨੁਜ ਭਾ ਕੁਛ ਹਰ ਖਾਇਓ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਪੋਤਰਾ ਹੈ, ਪਰ ਨਹੀਂ ਆਇਆ ਸਾਧ ਸੰਗਤ ਜੀ। ਹਾਂਜੀ, ਹਿਰਦੈ ਨਾਨਕੀ ਕੀਨ ਵਿਚਾਰਾ ਮਾਤਾ ਨਾਨਕੀ ਜੀ ਨੇ ਵੀ ਮਹਾਰਾਜ ਸਤਿਗੁਰਾਂ ਦਾ ਬਚਨ ਚੇਤਾ ਕੀਤਾ। ਸਿਮਰਿਓ ਬਾਕ ਜੋ ਕੰਤ ਜੋ ਉਚਾਰਾ ਉਹਨਾਂ ਨੂੰ ਸਤਿਗੁਰਾਂ ਨੇ ਕੀਤਾ ਸੀ। ਮਮ ਸੁਤ ਭੀ ਪੈ ਹੈ ਇਹ ਵਡਿਆਈ ਗੁਰਤਾ ਗੱਦੀ ਤੇ ਸਮੇਂ ਨਾਲ ਤੇਗ ਬਹਾਦਰ ਜੀ ਨੂੰ ਵੀ ਮਿਲਣੀ ਹੈ। ਸਮਾ ਪ੍ਰਤੀਕਤ ਰਹੋ ਕਿਸ ਥਾਈ ਪਰ ਹੁਣ ਸਮਾਂ ਪ੍ਰਤੀਖਣ ਕਰਨਾ ਹੈ, ਉਸ ਸਮੇਂ ਨੂੰ ਉਡੀਕਣ ਲੱਗੇ। ਇਹਾਂ ਸ਼ਰੀਕਾ ਵਧੇ ਦੁਹੇਲਾ ਮਾਤਾ ਜੀ ਨੇ ਮਹਾਰਾਜ ਦੇ ਬਚਨ ਚੇਤਾ ਕੀਤੇ ਵੀ ਇੱਥੇ ਪਰਿਵਾਰ ਵਿੱਚ ਨਹੀਂ ਹੁਣ ਰਹਿਣਾ। ਨਹੀਂ ਪਰਸ ਪਰ ਰਾਖੈ ਮੇਲਾ ਇੱਥੇ ਨਹੀਂ ਰਹਿਣਾ ਹੁਣ, ਆਪਸ ਵਿੱਚ ਇੱਥੇ ਮੇਲਾ ਗੇਲਾ ਜਿਹੜਾ ਹੈ ਉਹ ਮਹਾਰਾਜ ਦੇ ਹੁਕਮ ਅਨੁਸਾਰ ਇੱਥੋਂ ਚੁੱਕੀਏ। ਗ੍ਰਾਮ ਬਕਾਲੇ ਬਸਨ ਸਥਾਨਾ ਸੋ ਹੁਣ ਬਕਾਲੇ ਜਾਵਾਂ ਮੈਂ। ਮਾਤਾ ਨਾਨਕੀ ਜੀ ਨੂੰ ਮਹਾਰਾਜ ਨੇ ਕਿਹਾ ਸੀ, ਉਹ ਬਕਾਲੇ ਜਾਣ ਦੀ ਸੋਚਣ ਲੱਗੇ। ਗੁਰ ਕੀ ਭੀ ਆਇਸ ਤਬ ਵੀ ਹੋਈ ਮਹਾਰਾਜ ਦੀ ਆਗਿਆ ਸੀ ਵੀ ਬਕਾਲੇ ਚਲੇ ਜਾਣਾ। ਭਰੇ ਮਨ ਨਾਲ ਮਾਤਾ ਨਾਨਕੀ ਜੀ ਨੇ ਵਿਚਾਰ ਕੀਤੀ। ਕਰਿਓ ਚਹਿਤ ਆਪਣੇ ਚਿਤ ਸੋਈ ਹਾਂਜੀ, ਸਕਲ ਸਮਾਜ ਸੰਭਾਰਨ ਕਰਿਓ ਸਦਨ ਬਿਖੈ ਜੇਤਕ ਥੋ ਧਰਿਓ ਜਿੰਨਾ ਸਮਾਨ ਸਾਜੋ ਸਮਾਨ ਘਰ ਵਿੱਚ ਰੱਖਿਆ ਸੀ ਮਾਤਾ ਨਾਨਕੀ ਜੀ ਨੇ ਸਾਰਾ ਕੁਝ ਸਾਂਭਿਆ। ਮਿਲ ਸਭ ਸੋ ਬਹੁ ਹੋਏ ਦੁਖਾਰੀ ਸਾਰਿਆਂ ਨੂੰ ਮਿਲ ਕੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਮਿਲ ਕੇ ਬਹੁਤ ਬੈਰਾਗ ਕਰਦਿਆਂ ਹੋਇਆਂ ਹੋਨ ਇਕਾਕੀ ਹਿਰਦੈ ਵਿਚਾਰੀ ਹੁਣ ਬਾਬਾ ਬਕਾਲਾ ਸਾਹਿਬ ਜਾਣ ਦੀ ਵਿਚਾਰ ਕੀਤੀ। ਸੁਤ ਕੋ ਲਿਓ ਆਪਨੇ ਸਾਥ ਬੰਦਗੀ ਦੇ ਮੁਜਸਮੇ, ਬੰਦਗੀ ਦੇ ਪੁਤਲੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪੁੱਤਰ ਨੂੰ ਨਾਲ ਲਿਆ। ਸਿਮਰਨ ਕਰਕੇ ਜਗ ਗੁਰ ਨਾਥ ਤੇ ਮਹਾਰਾਜ ਜਗਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰਦਿਆਂ ਰਹੇ ਹਟਾਏ ਨਾ ਮਾਨੀ ਕੋਏ ਚਾਲਾ ਪਾਇਆ। ਸਿੱਖ ਕਹਿੰਦੇ ਮਾਤਾ ਜੀ ਇੱਥੇ ਹੀ ਰਹੋ। ਮਾਤਾ ਨਾਨਕੀ ਜੀ ਕਹਿੰਦੇ ਨਹੀਂ ਪਿਆਰਿਓ, ਸਾਨੂੰ ਸਤਿਗੁਰਾਂ ਦਾ ਬਚਨ ਹੈ, ਅਸੀਂ ਬਕਾਲੇ ਚੱਲੇ ਹਾਂ। ਤਿਆਰ ਕਰਾਈ ਸਯੰਦਨ ਜੋਏ ਸੋ ਗੱਡੇ ਤਿਆਰ ਕਰਵਾਏ। ਸਕਤਨ ਪਰਸਾ ਮਿਗਰੀ ਧਰ ਉਹਨਾਂ ਕੈ ਗੱਡਿਆਂ ਦੇ ਉੱਤੇ ਸਮੱਗਰੀ ਰਖਾਈ। ਨਿਕਸੀ ਘਰ ਤੇ ਦ੍ਰਿਗ ਜਲ ਭਰ ਕੈ ਕੀਰਤਪੁਰ ਸਾਹਿਬ ਨੂੰ ਛੱਡ ਕੇ ਨੇਤਰਾਂ 'ਚ ਜਲ ਭਰ ਕੇ ਤੁਰ ਪਏ। ਚੇਤਾ ਰੱਖਿਓ, ਫਿਰ ਪਤੀ ਤੋਂ ਬਾਅਦ ਉਹ ਮਾਹੌਲ ਨੀਚੇ ਬਣਦਾ। ਇੱਕ ਪੁਰਸ਼ ਵਾਸਤੇ ਇਸਤਰੀ ਤੋਂ ਬਾਅਦ ਨਹੀਂ ਉਹ ਮਾਹੌਲ ਬਣਦਾ। ਇਸਤਰੀ ਤੋਂ ਬਾਅਦ ਪੁਰਸ਼ ਤੋਂ ਇਸਤਰੀ ਵਾਸਤੇ ਪੁਰਸ਼ ਤੋਂ ਬਾਅਦ ਉਹ ਮਾਹੌਲ ਨਹੀਂ ਬਣਦਾ।
ਹਾਂਜੀ। ਸੁਤ ਕੋ ਚਪਲ ਤੋ ਰੰਗ ਚੜਾਇਓ, ਆਪਣੇ ਪੁੱਤਰ ਨੂੰ ਘੋੜੇ ਉੱਤੇ ਚੜਾਇਆ ਕੀਰਤਪੁਰ ਸ਼ੋਰਨ ਮਨ ਭਾਇਓ, ਤੇ ਕੀਰਤਪੁਰ ਸਾਹਿਬ ਨੂੰ ਫਿਰ ਛੱਡ ਦਿੱਤਾ। ਪਰੇ ਪੰਥ ਕੋ ਗਏ ਬਕਾਲੇ, ਮਾਤਾ ਜੀ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਬਕਾਲੇ ਚਲੇ ਗਏ। ਤਹਾਂ ਸਦਨ ਚਨਵਾਏ ਵਿਸਾਲੇ, ਉੱਥੇ ਬੜੇ ਸੋਹਣੇ ਘਰ ਬਣੇ ਸਨ, ਉੱਥੇ ਵਾਸਾ ਕੀਤਾ। ਕਰਿਓ ਬਾਸ ਤੈ ਸਮੋ ਬਿਤਾਵਨ, ਮਹਾਰਾਜ ਨੌਵੇਂ ਪਾਤਸ਼ਾਹ ਫਿਰ ਉੱਥੇ ਹੀ ਰਹਿੰਦੇ ਸਾਧ ਸੰਗਤ ਜੀ ਲੰਮਾ ਸਮਾਂ 26 ਸਾਲ। ਹਾਂਜੀ। ਸ੍ਰੀ ਗੁਰ ਤੇਗ ਬਹਾਦਰ ਪਾਵਨ, ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਫਿਰ ਉੱਥੇ ਰਹੇ। ਪੁੱਤਰ ਬਦੂ ਗੁਜਰੀ ਸੁਖ ਪਾਏ, ਹਾਂਜੀ। ਤੀਨੋਂ ਬਸੇ ਜਾਏ ਤਿਸ ਥਾਏ, ਆਪਣੇ ਪੁੱਤਰ ਨੂੰ ਤੇ ਨੌਂ ਨੂੰ ਲੈ ਕੇ ਮਾਤਾ ਨਾਨਕੀ ਜੀ ਫਿਰ ਬਾਬਾ ਬਕਾਲਾ ਸਾਹਿਬ ਰਹਿੰਦੇ ਆ। ਸੋ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਪ੍ਰਸੰਗ ਸੀਗਾ। ਸਤਿਗੁਰਾਂ ਨੇ ਚੌਂਕੜੇ ਵਿੱਚ ਗੁਰਮੁਖੋ ਸਰੀਰ ਤਿਆਗਿਆ। ਗੁਰਸਿੱਖਾਂ ਨੇ ਭਰੇ ਮਨ ਨਾਲ ਮਹਾਰਾਜ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਕੀਤਾ। ਸੋ ਵੱਡੇ ਪਰਉਪਕਾਰੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਮੁੱਚੀ ਕਥਾ ਦਾ ਅੱਜ ਇੱਥੇ ਭੋਗ ਪੈਂਦਾ ਹੈ। ਮਹਾਰਾਜ ਜੀ ਦੀ ਕਥਾ ਸੰਪੂਰਨ ਹੁੰਦੀ ਹੈ। ਗੁਰਮੁਖੋ ਬੜੀਆਂ ਹੀ ਭੁੱਲਾਂ ਹੋਈਆਂ। ਅਸੀਂ ਨਾ ਅਲਪੱਗ ਜੀਵਾਂ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਥੋੜੀ ਰਾਮ। ਸਾਡੀ ਮਤ ਥੋੜੀ ਹੈ ਸਾਧ ਸੰਗਤ ਜੀ, ਕਛੂ ਨਾ ਜਾਣਾ ਮਤ ਮੇਰੀ ਥੋੜੀ। ਹਾਂਜੀ। ਮਹਾਰਾਜ ਸਤਿਗੁਰੂ ਬੜੇ ਹੀ ਵੱਡੇ ਹੈ, ਬੜੇ ਹੀ ਵੱਡੇ ਹੈ, ਬੜੇ ਹੀ ਵੱਡੇ ਹੈ, ਬੜੇ ਹੀ ਵੱਡੇ ਹੈ। ਸਤਿਗੁਰਾਂ ਦੀ ਮਹਿਮਾ ਅਸੀਂ ਸਾਰੀ ਬਿਆਨ ਨਹੀਂ ਜੇ ਕਰ ਸਕਦੇ। ਫਿਰ ਵੀ ਬੋਲਦੇ ਹਾਂ, ਬੜੀਆਂ ਹੀ ਭੁੱਲਾਂ ਹੋਈਆਂ ਨੇ। ਆਪ ਜੀ ਭੁੱਲਾਂ ਦੀ ਮਾਫੀ ਬਖਸ਼ਿਓ। ਸਾਧ ਸੰਗਤ ਹੁਣ ਅਰਦਾਸ ਵਿੱਚ ਸ਼ਾਮਲ ਹੋਣਾ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਲੈਣੀ ਹੈ। ਕਿਉਂਕਿ ਸਤਵੇਂ ਪਾਤਸ਼ਾਹ ਮਹਾਰਾਜ ਨੇ ਦੇਗ ਤਿਆਰ ਕਰਵਾਈ ਜਦੋਂ ਮਹਾਰਾਜ ਇਸ ਤਰ੍ਹਾਂ ਭਾਣਾ ਵਰਤਾਇਆ। ਸੋ ਸਾਰਿਆਂ ਨੇ ਬੈਠੇ ਹੀ ਰਹਿਣਾ, ਜਾਣਾ ਨਹੀਂ ਹੈ। 5-7 ਮਿੰਟਾਂ ਦੀ ਸਾਰੀ ਗੱਲ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।